ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਸੂਹੀ ਮਹੱਲਾ ਪਹਿਲਾ ਘਰ ਸੇਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਿਆ ਚਲਕਣਾ ਘੋਟਮ ਕਾਲੜੀ ਮਸ ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਿਆ ਚਲਕਣਾ ਘੋਟਮ ਕਾਲੜੀ ਮਸ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਦੇ ਦਰਸ਼ਨ ਇਸ਼ਨਾਨ ਕਰਨ ਦਾ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗਾ ਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗੇ ਤੋਂ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਦਰ ਘਰ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਜਗਤ ਜਲੰਦੇ ਨੂੰ ਠਾਰਨ ਵਾਲੇ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਸਾਰ ਨੂੰ ਤਾਰਦੇ ਹੋਏ, ਜੀਵਾਂ ਦਾ ਉਧਾਰ ਕਰਦੇ ਹੋਏ ਸੱਚੇ ਪਾਤਸ਼ਾਹ ਮੁਲਤਾਨ ਦੇ ਇਲਾਕੇ ਵੱਲ ਸਤਿਗੁਰੂ ਮਹਾਰਾਜ ਜੀ ਨੇ ਚਰਨ ਪਾਏ ਹਨ। ਤਾਂ ਉਸ ਵਕਤ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੇ ਅਨੰਨ ਪਿਆਰੇ ਸਿੱਦਕੀ ਗੁਰਸਿੱਖ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਾਂ ਵਾਪਸ ਮੋੜਾ ਪਾਈਏ। ਮੇਰਾ ਚਿੱਤ ਕਰਦਾ ਹੈ ਆਪਣੇ ਨਗਰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਜੋ ਰਾਵੀ ਦੇ ਕਿਨਾਰੇ ਹੈ, ਉਸ ਅਸਥਾਨ ਵੱਲ ਆਪਾਂ ਚੱਲਣਾ ਕਰੀਏ। ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਅਜੇ ਸਾਡਾ ਸੰਕਲਪ ਜਾਣ ਦਾ ਨਹੀਂ ਹੈ। ਜੇ ਤੇਰੇ ਮਨ ਦੀ ਇੱਛਾ ਕੋਈ ਸੰਕਲਪ ਹੈ ਤਾਂ ਤੈਨੂੰ ਅਸੀਂ ਭੇਜ ਦਿੰਦੇ ਹਾਂ। ਉਸ ਵਕਤ ਭਾਈ ਮਰਦਾਨਾ ਜੀ ਨੇ ਬੜੀ ਅਧੀਨਗੀ ਦੇ ਨਾਲ, ਨਿਮਰਤਾ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਜੇ ਮੇਰੇ ਮਨ ਵਿੱਚ ਕੋਈ ਫੁਰਨਾ ਉੱਠਦਾ ਵੀ ਹੈ, ਉਹ ਤੁਹਾਡਾ ਹੀ ਪੈਦਾ ਕੀਤਾ ਹੋਇਆ ਸੰਕਲਪ ਹੁੰਦਾ ਹੈ।
मेरे मन की कोई हस्ती नहीं कि मैं अपनी मर्जी नाल कोई संकल्प उठावां। और हुण आप जी दे दर्शन करदिआं लम्मा समा संगत करदिआं मेरे मन दे विच ऐसी विचार पैदा हो चुकी है कि जो तुसीं मैनूं आग्या करोगे मैं उस तरह आप जी का बचन मन्नांगा। इस करके गरीब नवाज जे तुसीं नहीं जाना तो मैं जाके की लैना, इस करके मैं नाल ही रह के सेवा करांगा। भाई मरदाने ने जदों बहुत अधीनगी नाल निमरता नाल सतगुरां नूं ये बेनती कीती तां अगों सतगुरु जी ने आउण वाला भविख वेख के बचन कीता, भाई मरदानिया तू साडे तो पहला जावेगा फिर असीं जावांगे। जदों ये बचन कीते भाई मरदाना जी समझ गए कि मेरा अंतिम समा नेड़े आ गया है। ये बचन हो के हटे तो अगे साध संगत जी खुरम शहर आया। उत्थे फिर सतगुरु जी ने भाई मरदाना जी नूं बचन कीता, भाई मरदानिया तेरे शरीर दा अंतिम समा नेड़े आ गया, केवल 8 पैर रह गए है तेरे बाकी इस शरीर दे। इस करके तेरी प्रारब्ध अनुसार इस शहर विच तू साडे नाल चल, तैनूं नाल लिजा के भोजन करवा के लियाईए। भाई बाला, भाई मरदाना ते सतगुरु महाराज जी तिन्ने ही खुरम शहर वाल नूं चल पए। अगे एक मठियाई दी बड़ी सुंदर दुकान है। अगे तो भाई मरदाना जी आप शहर विचों नगरां विचों जाके भोजन जल पानी छकिया करते सन, पर अज सतगुरु जी ने आप खरीद के बहुत सुंदर मठियाई भाई मरदाना जी नूं छकाई। छकाउण तो उपरंत जदों वापस आए तो सतगुरु महाराज जी ने भाई मरदाना जी नूं पुछया, भाई मरदानिया तेरी की हालत है? कहन लगा महाराज मेरी प्राण ते अपाऊ जिहड़ी स्वासां दी गंढ है ना, प्राण ते अपाऊ वायु है जिहड़ी वो गंढ खुल गई है। गुरबाणी विच फरमान आउंदा है, उठी गंठ खुलो लिखिया आया। जदों प्राण ते अपान वायु दी गंढ खुल जाती है, स्वासां दी ये गंढ है, तो फिर इस शरीर का समा नेड़े आ जाता है। जिहड़े साधक अभ्यासी पुरुष होंदे है उन्हां नूं ये बहुत छेती अनुभव हो जाता है। साधक पुरुषां नूं जल्दी पता लग जाता है कि हुण स्वासां दी गंढ खुल गई है नाभि विचों ते शरीर का अंतिम समा नेड़े आ गया है। भाई मरदाना जी कहन लगे महाराज मेरी वो प्राण ते अपाऊ वायु गंढ खुल गई है। सतगुरु महाराज कहंदे तेरी कोई इच्छा? कहन लगा महाराज मेरी कोई इच्छा नहीं है। उस तो पहला उसे रात भाई मरदाना जी नूं सुपना आया सी। सुपने विच की वेखदे है कि जदों प्राणी शरीर त्याग दिंदा है, जिहड़े लोग कबरां दे विच दबे जांदे आ उन्हां नूं भी अगे दोजकां विच साड़िया जांदा है उन्हां दे पापां करके। तो भाई मरदाना जी ने वो सारा दृश्य वेख के सतगुरु जी नूं बेनती की, महाराज मैनूं ऐसा सुपना आया ते महाराज जे बंदा सड़न नाल ही पलीत मन्निया जांदा, पापी मन्निया जांदा है, ते महाराज सच्चे पातशाह मैं अगे बार बार अग दे विच नहीं सड़ना चाहुंदा। मैं जदों चढ़ाई कर जावां मेरे शरीर दा दाह संस्कार कर दिओ, बस यही केवल इच्छा है। अपने चरनां विच मैनूं जोड़ के रखिओ सच्चे पातशाह, मेरी सुरत तुहाडे चरनां नाल लिवलीन रहे। महाराज कहंदे भाई मरदाना साडा तेरे नाल बचन है
ਕਿ ਅਸੀਂ ਤੇਰੇ ਸਰੀਰ ਦਾ ਆਪਣੇ ਹੱਥੀਂ ਦਾਹ ਸੰਸਕਾਰ ਕਰਾਂਗੇ। ਉਸ ਤੋਂ ਬਾਅਦ ਭਾਈ ਮਰਦਾਨੇ ਦਾ ਜਦੋਂ ਸਮਾਂ ਨੇੜੇ ਆਇਆ, ਮਹਾਰਾਜ ਕਹਿੰਦੇ ਮਰਦਾਨਿਆਂ ਕਿੰਨੇ ਸਵਾਸ ਰਹਿ ਗਏ? ਕਹਿਣ ਲੱਗਾ ਮਹਾਰਾਜ 11 ਸਵਾਸ ਰਹਿ ਗਏ ਕੇਵਲ। ਉਸ ਤੋਂ ਥੋੜੇ ਸਮੇਂ ਦੇ ਵਿੱਚ ਹੀ, ਪਲਕ ਸਮੇਂ ਦੇ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਿਆ, ਭਾਈ ਮਰਦਾਨੇ ਦੇ ਮਸਤਕ ਨੂੰ ਸਰੀਰ ਦੇ ਨੇੜੇ ਹੱਥ ਲਾ ਕੇ ਵੇਖ, ਕੀ ਹਾਲਤ ਹੈ ਇਸ ਵਕਤ ਭਾਈ ਮਰਦਾਨੇ ਦੀ। ਉਦੋਂ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ 11 ਸਵਾਸ ਪੂਰੇ ਹੋ ਚੁੱਕੇ ਸਨ ਤੇ ਉਦੋਂ ਹੀ ਭਾਈ ਮਰਦਾਨਾ ਜਿਉਂ ਜਲ ਮਹਿ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪ੍ਰਾਣ ਪੰਖੇਰੂ ਹੋ ਗਏ, ਆਪਣੀ ਜੋਤ ਵਾਹਿਗੁਰੂ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਲੀਨ ਕਰ ਲਈ। ਉਸ ਵਕਤ ਫਿਰ ਭਾਈ ਮਰਦਾਨਾ ਜੀ ਦੇ ਪਵਿੱਤਰ ਸਰੀਰ ਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਔਰ ਭਾਈ ਬਾਲਾ ਜੀ ਨੇ ਆਪ ਹੱਥੀਂ ਇਸ਼ਨਾਨ ਕਰਾ ਕੇ ਇੱਕ ਚਾਦਰਾ ਭਾਈ ਬਾਲਾ ਜੀ ਕੋਲੋਂ ਲੈ ਕੇ ਥੱਲੇ ਵਿਛਾਇਆ ਤੇ ਦੂਸਰਾ ਜਿਹੜਾ ਸਤਿਗੁਰੂ ਜੀ ਵਾਲਾ ਚਾਦਰਾ ਸੀ ਉਸ ਵਿੱਚ ਭਾਈ ਮਰਦਾਨਾ ਜੀ ਦੇ ਪਵਿੱਤਰ ਸਰੀਰ ਨੂੰ ਲਪੇਟ ਕੇ ਖੁਰਮ ਸ਼ਹਿਰ ਦੇ ਵਿੱਚ ਦਰਿਆ ਦੇ ਕਿਨਾਰੇ ਧੰਨ ਭਾਈ ਮਰਦਾਨਾ ਜੀ ਦੇ ਸਰੀਰ ਦਾ ਆਪ ਸਤਿਗੁਰੂ ਜੀ ਨੇ ਸੰਸਕਾਰ ਕੀਤਾ। ਕਿੰਨੇ ਪਰਮ ਸਨੇਹੀ ਸਿਦਕ ਸਤ ਸੰਤੋਖ ਵਿੱਚ ਰਹਿਣ ਵਾਲੇ ਗੁਰਸਿੱਖ ਸਨ ਭਾਈ ਮਰਦਾਨਾ ਜੀ, ਜਿਨ੍ਹਾਂ ਦਾ ਸਾਰਾ ਜੀਵਨ ਸਤਿਗੁਰੂ ਜੀ ਦੇ ਨਾਲ ਅਖੀਰ ਤੱਕ ਨਿਭਿਆ ਔਰ ਅੰਤਮ ਕਿਰਿਆ ਵੀ ਸਤਿਗੁਰੂ ਜੀ ਨੇ ਆਪ ਉਹਨਾਂ ਦੀ ਆਪਣੇ ਹੱਥੀਂ ਕੀਤੀ। ਸਾਧ ਸੰਗਤ ਜੀ, ਉੱਥੋਂ ਸਤਿਗੁਰੂ ਜੀ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਿਆ, ਭਾਈ ਮਰਦਾਨੇ ਦੇ ਪੁੱਤਰ ਨਾਲ ਸਾਨੂੰ ਕੋਈ ਕੰਮ ਹੈ। ਉੱਥੋਂ ਖੁਰਮ ਸ਼ਹਿਰ ਤੋਂ ਸਤਿਗੁਰੂ ਜੀ ਵਾਪਸ ਨਨਕਾਣਾ ਸਾਹਿਬ ਆਏ ਔਰ ਭਾਈ ਬਾਲਾ ਜੀ ਦੇ ਪਿਤਾ ਬਾਬਾ ਚੰਦਰਭਾਨ ਜੀ ਦੇ ਖੂਹ ਉੱਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਔਰ ਭਾਈ ਬਾਲਾ ਜੀ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਬਾਲਾ, ਨਗਰ ਵਿੱਚ ਜੇ ਅਸੀਂ ਗਏ ਤਾਂ ਸਾਡਾ ਚਾਚਾ ਲਾਲੂ ਜੀ ਬਹੁਤ ਖਹਿੜਾ ਕਰਨਗੇ, ਪਰਿਵਾਰ ਖਹਿੜਾ ਕਰੇਗਾ ਕਿ ਇੱਥੇ ਰਹੋ, ਇਸ ਕਰਕੇ ਅਸੀਂ ਨਗਰ ਵਿੱਚ ਨਹੀਂ ਜਾਣਾ। ਤੂੰ ਭਾਈ ਮਰਦਾਨੇ ਦੇ ਪੁੱਤਰ ਦੇ ਕੋਲੇ ਉਹਨਾਂ ਦੇ ਘਰੇ ਜਾ ਕੇ ਉਹਨੂੰ ਬੁਲਾ ਕੇ ਲਿਆ। ਜੇ ਕੋਈ ਗੱਲ ਉਹ ਤੈਨੂੰ ਪੁੱਛੇ ਭਾਈ ਮਰਦਾਨੇ ਬਾਰੇ ਜਾਂ ਕੋਈ ਵੀ ਬਚਨ ਤੇਰੇ ਤੋਂ ਪੁੱਛਣਾ ਚਾਹੇ, ਤੂੰ ਇਹ ਗੱਲ ਕਹਿ ਦਈ ਕਿ ਸਾਰੇ ਤੇਰੇ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇਣਗੇ ਤੇ ਉਹਨਾਂ ਨੇ ਤੈਨੂੰ ਬੁਲਾਇਆ ਹੈ। ਭਾਈ ਬਾਲਾ ਜੀ ਸਤਿਗੁਰੂ ਜੀ ਦਾ ਬਚਨ ਮੰਨ ਕੇ ਨਗਰ ਵਿੱਚ ਆਏ ਔਰ ਭਾਈ ਸਜਾਦਾ ਜੋ ਮਰਦਾਨਾ ਜੀ ਦਾ ਪੁੱਤਰ ਸੀ, ਭਾਈ ਮਰਦਾਨਾ ਜੀ ਦਾ, ਉਸ ਘਰ ਵਿੱਚ ਜਦੋਂ ਮਿਲੇ ਤਾਂ ਭਾਈ ਸਜਾਦਾ ਭਾਈ ਬਾਲਾ ਜੀ ਨੂੰ ਕਹਿਣ ਲੱਗਾ, ਚਾਚਾ ਜੀ, ਮੇਰੇ ਪਿਤਾ ਜੀ ਕਿੱਥੇ? ਉਹ ਨਾਲ ਨਹੀਂ ਆਏ। ਤਾਂ ਉਸ ਵਕਤ ਭਾਈ ਮਰਦਾਨਾ ਜੀ ਨੂੰ ਸੱਚਖੰਡ ਗਿਆ ਨੂੰ ਅਜੇ 2-3 ਦਿਨ ਹੀ ਹੋਏ ਸਨ। ਭਾਈ ਬਾਲਾ ਜੀ ਕਹਿਣ ਲੱਗੇ, ਭਾਈ ਸਜਾਦਿਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਹਰ ਨਗਰ ਵਿੱਚ ਆਏ ਹੋਏ ਹੈ, ਤੇਰੇ ਹਰ ਸਵਾਲ ਦਾ ਜਵਾਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇਣਗੇ, ਉਹ ਤੈਨੂੰ ਯਾਦ ਕਰ ਰਹੇ ਹੈ, ਮੇਰੇ ਨਾਲ ਚੱਲ, ਤੈਨੂੰ ਮੈਂ ਲੈਣ ਵਾਸਤੇ ਆਇਆ ਹਾਂ। ਉਸ ਵਕਤ ਫਿਰ ਭਾਈ ਸਜਾਦੇ ਨੂੰ ਨਾਲ ਲੈ ਕੇ ਭਾਈ ਬਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਏ। ਭਾਈ ਸਜਾਦੇ ਨੇ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਮੇਰਾ ਪਿਤਾ ਕਿੱਥੇ ਹੈ? ਅੱਗੇ ਤੁਹਾਡੇ ਨਾਲ ਹੁੰਦੇ ਆ, ਦਰਸ਼ਨ ਨਹੀਂ ਹੋ ਰਹੇ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਜਾਦਿਆ, ਤੇਰੇ ਪਿਤਾ ਸੱਚਖੰਡ ਪਿਆਨਾ ਕਰ ਗਏ ਹੈ। ਵਾਹਿਗੁਰੂ ਦੀ ਰਜ਼ਾ ਵਿੱਚ ਆਪਣਾ ਜੀਵਨ ਸਾਰੀ ਜ਼ਿੰਦਗੀ ਕੀਰਤਨ ਕਰਦਿਆਂ ਸਾਡੀ ਹਜ਼ੂਰੀ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕੀਤਾ। ਹੁਣ ਤੂੰ ਵੈਰਾਗ ਨਾ ਕਰੀ, ਹੁਣ ਇਸੇ ਵਕਤ ਤੂੰ ਸਾਡੇ ਨਾਲ ਚੱਲ, ਤੈਨੂੰ ਭਾਈ ਮਰਦਾਨਾ ਜੀ ਦੀ ਗੱਦੀ ਤੇ ਬਿਠਾਉਣਾ।
ਭਾਈ ਸਜਾਦਾ ਕਹਿਣ ਲੱਗਾ, ਮਹਾਰਾਜ ਮੈਨੂੰ ਕਿੱਥੇ ਲੈ ਕੇ ਜਾਣਾ? ਸਤਿਗੁਰੂ ਜੀ ਕਹਿਣ ਲੱਗੇ, ਤੈਨੂੰ ਖੁਰਮ ਸ਼ਹਿਰ ਲੈ ਕੇ ਜਾਣਾ, ਜਿੱਥੇ ਭਾਈ ਮਰਦਾਨਾ ਚੜ੍ਹਾਈ ਕੀਤਾ। ਉੱਥੇ ਹੀ ਤੁਹਾਡਾ ਤੇ ਤੇਰੇ ਪਰਿਵਾਰ ਦਾ ਨਿਵਾਸ ਕਰਾਉਣਾ, ਉੱਥੇ ਹੀ ਤੁਹਾਨੂੰ ਰੱਖਣਾ। ਇਸ ਕਰਕੇ ਤਾਂ ਤੈਨੂੰ ਲੈਣ ਵਾਸਤੇ ਆਏ ਹਾਂ। ਭਾਈ ਸਜਾਦਾ ਕਹਿਣ ਲੱਗਾ, ਮਹਾਰਾਜ ਉੱਥੇ ਸਾਨੂੰ ਕੋਈ ਜਾਣਦਾ ਨਹੀਂ, ਪ੍ਰਦੇਸ਼ ਦੀ ਧਰਤੀ ਹੈ, ਸਾਡਾ ਗੁਜ਼ਾਰਾ ਕਿਵੇਂ ਹੋਏਗਾ, ਕਿਵੇਂ ਰਵਾਂਗੇ? ਤਾਂ ਉਸ ਵਕਤ ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਸਜਾਦਿਆ, ਤੇਰੀ ਬਹੁਤ ਦੁਨੀਆ ਪੂਜਾ ਸਤਿਕਾਰ ਕਰੇਗੀ, ਤੁਹਾਡੀ ਬੰਸ ਦਾ ਬਹੁਤ ਸੰਗਤਾਂ ਸਨਮਾਨ ਕਰਨਗੀਆਂ, ਆਪਣੇ ਆਪ ਹੀ ਸੰਗਤਾਂ ਤੇਰੀ ਸੇਵਾ ਵਿੱਚ ਆਇਆ ਕਰਨਗੀਆਂ, ਹਰ ਤਰ੍ਹਾਂ ਦੀ ਤੇਰੀ ਸੇਵਾ ਹੋਇਆ ਕਰੇਗੀ। ਤੂੰ ਕੇਵਲ ਗੁਰਬਾਣੀ ਦਾ ਕੀਰਤਨ ਆਪਣੇ ਪਿਤਾ ਦੀ ਤਰ੍ਹਾਂ ਕਰਨਾ ਹੈ, ਤੈਨੂੰ ਧਨ ਦੀ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ, ਇਸ ਕਰਕੇ ਤੂੰ ਸਾਡੇ ਨਾਲ ਚੱਲ। ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਭਾਈ ਸਜਾਦੇ ਨੂੰ ਨਾਲ ਲੈ ਕੇ ਜਦੋਂ ਤੁਰੇ, ਰਸਤੇ ਵਿੱਚ ਇੱਕ ਸ਼ਹਿਰ ਆਇਆ, ਉੱਥੋਂ ਬੜੇ ਕੀਮਤੀ ਵਸਤਰ ਲੈ ਕੇ ਭਾਈ ਸਜਾਦੇ ਦੇ ਸਰੀਰ ਉੱਤੇ ਸਤਿਗੁਰੂ ਜੀ ਨੇ ਧਾਰਨ ਕਰਵਾਏ। ਚਲਦਿਆਂ ਚਲਦਿਆਂ ਜਦੋਂ ਅੱਗੇ ਇੱਕ ਨਗਰ ਆਇਆ, ਭਾਈ ਸਜਾਦਾ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਇਸ ਨਗਰ ਵਿੱਚ ਜਲ ਛਕ ਆਵਾਂ। ਮਹਾਰਾਜ ਕਹਿਣ ਲੱਗੇ, ਨਹੀਂ, ਆਪਾਂ ਥੋੜ੍ਹੀ ਦੂਰ ਰਹਿ ਗਿਆ ਆਪਣਾ ਪੰਧ ਜਿੱਥੇ ਅੱਗੇ ਜਾਣਾ ਹੈ, ਇਸ ਕਰਕੇ ਤੂੰ ਸਾਡੇ ਨਾਲ ਉੱਥੇ ਚੱਲ, ਉੱਥੇ ਤੈਨੂੰ ਜਲ ਛਕਾਵਾਂਗੇ। ਪਰ ਭਾਈ ਸਜਾਦੇ ਨੇ ਬਹੁਤਾ ਹੱਠ ਕੀਤਾ, ਮਹਾਰਾਜ ਬੜਾ ਸੋਹਣਾ ਨਗਰ ਹੈ, ਮੈਂ ਹੁਣੇ ਜਲ ਛਕ ਕੇ ਆਇਆ, ਤੁਸੀਂ ਮੈਨੂੰ ਜਾਣ ਦੀ ਆਗਿਆ ਦਿਓ। ਮਹਾਰਾਜ ਕਹਿੰਦੇ, ਚੰਗਾ ਅਸੀਂ ਇੱਥੇ ਬੈਠਦੇ ਹਾਂ, ਤੈਨੂੰ ਉਡੀਕਦੇ ਹਾਂ, ਤੂੰ ਜਲ ਛਕ ਕੇ ਛੇਤੀ ਆ ਜਾਈਂ। ਭਾਈ ਸਜਾਦਾ ਜਦੋਂ ਨਗਰ ਵਿੱਚ ਗਿਆ ਤਾਂ ਨਗਰ ਦੇ ਵਿੱਚ ਜਾਂਦਿਆਂ ਕੀ ਦੇਖਦਾ, ਇੱਕ ਬੜਾ ਸੋਹਣਾ ਧਾਰਮਿਕ ਸਥਾਨ ਬਣਿਆ ਹੋਇਆ ਹੈ। ਉਸ ਧਾਰਮਿਕ ਸਥਾਨ ਵਿੱਚ ਇੱਕ ਪਾਸੇ ਧਰਮਸਾਲ ਬਣੀ ਹੋਈ ਹੈ, ਮੰਦਿਰ ਬਣਿਆ, ਮਸੀਤ ਬਣੀ ਹੈ, ਬੜੀ ਸੁੰਦਰ ਸਰਾਂ ਬਣੀ ਹੋਈ ਹੈ। ਭਾਈ ਸਜਾਦਾ ਧਾਰਮਿਕ ਸਥਾਨ ਵੇਖ ਕੇ, ਕਿਉਂਕਿ ਜਿਹਦਾ ਕੋਈ ਵੀ ਆਸਰਾ ਨਹੀਂ, ਉਹਦਾ ਧਰਮ ਸਥਾਨ ਆਸਰਾ ਹੁੰਦਾ ਹੈ। ਪਰ ਸਾਧ ਸੰਗਤ ਜੀ, ਇਹ ਤਾਂ ਗੁਰੂ ਘਰ ਨੂੰ ਹੀ ਸਤਿਗੁਰੂ ਜੀ ਨੇ ਵਡਿਆਈਆਂ ਬਖਸ਼ੀਆਂ ਕਿ ਗੁਰੂ ਘਰ ਦੇ ਵਿੱਚ ਜਿੱਥੇ ਵੀ ਕਿਤੇ ਨਿਸ਼ਾਨ ਸਾਹਿਬ ਝੂਲਦੇ ਹੈ, ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਦੇਸ਼ ਦਾ ਪ੍ਰਾਣੀ ਕਿੱਥੋਂ ਵੀ ਚੱਲ ਕੇ ਆ ਜਾਏ, ਭੁੱਖਾ ਪਿਆਸਾ, ਹਰ ਇੱਕ ਨੂੰ ਇਸ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਨੇ ਮਹਾਨ ਬਰਕਤਾਂ ਨਾਲ ਨਵਾਜਿਆ ਹੋਇਆ। ਭੁੱਖੇ ਨੂੰ ਅੰਨ, ਨੰਗੇ ਨੂੰ ਵਸਤਰ, ਰਹਿਣ ਵਾਸਤੇ ਆਰਾਮ, ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਘਰ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਨਿਆਸਰਿਆਂ ਦਾ ਆਸਰਾ ਹੈ ਗੁਰੂ ਘਰ। ਜਿੱਥੇ ਵੀ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹੈ, ਉੱਥੇ ਭਾਈ ਸਤਿਗੁਰੂ ਮਹਾਰਾਜ ਜੀ ਨੇ ਲੰਗਰ ਦੇ ਪ੍ਰਵਾਹ, ਸਤਸੰਗਤ ਦੇ ਪ੍ਰਵਾਹ, ਰਹਿਣ ਵਾਸਤੇ ਸਰਾਵਾਂ, ਆਰਾਮ ਕਰਨ ਲਈ ਸਾਰੀਆਂ ਥਾਵਾਂ ਬਣਵਾਈਆਂ, ਆਪਣੇ ਗੁਰਸਿੱਖਾਂ ਨੂੰ ਅੱਗੇ ਤੋਂ ਅੱਗੇ ਹੁਕਮ ਅਤੇ ਆਗਿਆ ਕੀਤੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਤਾਂ ਸਾਧ ਸੰਗਤ ਜੀ, ਜਿੱਥੇ ਜਿੱਥੇ ਵੀ ਗੁਰੂ ਘਰ ਬਣੇ ਹੋਏ ਹੈ, ਇਹ ਗੁਰੂ ਘਰਾਂ ਦਾ ਪ੍ਰਤਾਪ, ਗੁਰੂ ਘਰਾਂ ਦੀ ਵਡਿਆਈ ਸਾਰਾ ਸੰਸਾਰ ਅੱਜ ਵੇਖ ਰਿਹਾ ਆਪਣੇ ਅੱਖੀਂ। ਕਿੱਡੀ ਵੱਡੀ ਮਹਾਮਾਰੀ ਆਈ, ਇਸ ਵਿੱਚ ਸਭ ਤੋਂ ਵੱਧ ਦੁਖੀ ਇਸ ਲੋਕਾਈ ਨੂੰ ਜੇ ਸਹਾਰਾ ਦਿੱਤਾ ਤਾਂ ਗੁਰੂ ਘਰ ਵਿੱਚੋਂ ਹੀ ਆਸਰਾ ਮਿਲਿਆ ਹੈ। ਔਰ ਵੱਡੇ ਵੱਡੇ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਇਹ ਬੁਲੰਦ ਆਵਾਜ਼ ਵਿੱਚ ਗੱਲ ਕਹੀ ਹੈ ਕਿ ਕਿਤੇ ਵੀ ਦਾਨ ਨਾ ਕਰੋ, ਕਿਤੇ ਵੀ ਪੈਸਾ ਨਾ ਦਿਓ, ਜੇ ਪੈਸਾ ਦੇਣਾ ਗੁਰੂ ਘਰ ਵਿੱਚ ਦਿਓ, ਜਿੱਥੋਂ ਦੁਖੀਆਂ ਦੀ ਲੋੜਵੰਦਾਂ ਦੀ ਸੇਵਾ ਦਾ ਕੁੰਭ ਚੱਲਦਾ ਹੈ, ਜਿੱਥੇ ਦੁਖੀਆਂ ਨੂੰ ਸਹਾਰਾ ਮਿਲਦਾ ਹੈ। ਔਰ ਜਿੱਥੇ ਵੀ ਦੁਨੀਆ ਵਿੱਚ ਕੋਈ ਵੀ ਜਗ੍ਹਾ ਕਿਸੇ ਦਾ ਆਸਰਾ ਨਹੀਂ ਬਣਦੀ, ਉੱਥੇ ਗੁਰਦੁਆਰੇ ਬਣਾਓ ਤਾਂ ਕਿ ਦੁਨੀਆ ਨੂੰ ਉੱਥੋਂ ਸੁੱਖ, ਆਰਾਮ ਅਤੇ ਸਹਾਰਾ ਔਰ ਆਸਰਾ ਪ੍ਰਾਪਤ ਹੋਵੇ। ਸੋ ਭਾਈ ਸਜਾਦਾ ਧਾਰਮਿਕ ਸਥਾਨ ਵੇਖ ਕੇ ਜਦੋਂ ਅੰਦਰ ਗਿਆ, ਕੀ ਵੇਖਦਾ, ਇੱਕ ਮਨੁੱਖ
बड़े चिट्टे दुध रंगे वस्त्र उन्हें पाए हुए है और बड़ा सुंदर मत्थे विच तिलक लाया होया है, हाथ विच माला फड़ी हुई है और बड़ी दुध रंगी सेज दे उत्ते भा बड़े वड्डे वड्डे तकीए सराणे मगर लगे हुए है, गद्दी ला के बैठा ते आले दुआले कुछ सेवादार उहदी सेवा विच लगे हुए है। भाई सजादे ने जाके उस पुरुष नूं व्यवहारिक तौर ते उस दा सन्मान किया और कहन लगा जी मैं जल छकना है, मैनू जल छकाओ, बहुत प्यास लगी है। तो वह पुरुष अगों भाई सजादे नूं कहन लगा कि तू बच्चा बड़े कीमती अमोलक तेरे शरीर उत्ते वस्त्र धारण किए हुए है, राजियां वर्गी पोशाक धारण की हुई है, तू कौन है, कित्थों है, किस शाहूकार किसे राजे का तू पुत्र लगता है। तो उस वक्त भाई सजादा कहन लगा हे महान पुरुष जी, मैं त्रिलोकी दे मालक जिहड़े खंडां ब्रह्मंडां दे मालक है ना, उन्हां दा मैं पुरोहित है, वो मेरे जजमान हन, तां करके उन्हां ने मेरे उत्ते महान रहमतां कीतियां। जिहदा जजमान त्रिलोकी दा मालक होवे उहनूं किसे गल दी की कमी हो सकती है। जदों ये गल सुनी ना तो उस पुरुष ने उस वक्त आग्या की कि अपने नौकरां चाकरां नूं कहण लगा चंगा भी इहनूं लै जाओ ते चंगी तरह की जल पानी द्वारा सेवा करो। ये पुरुष कौन सी? ये तुलंबा नगर सी जिथों दी ये इतिहासक घटना है। ये सी सज्जन ठग। सज्जन ठग तुलंबे नगर दे विच इस तरह रिहा करदा सी। जदों भाई सजादे नूं लै के गए, मुश्कां बन लईआं, सारे कीमती वस्त्र उतार लए और भाई सजादे नूं कहण लगे भी धन जिन्ना भी है दस तेरे कोले कित्थे है, सानूं दे उस वक्त, और भोरे विच जाके कैद कर लिया। उधर सतगुरु जी भाई बाला जी नूं उस वक्त बचन करन लगे, कहण लगे भाई बालिया, सजादा भी भाई मरदाने की तरह फड़िया गया, जिवें त्रिया राज विच भाई मरदाना फड़िया गया सी, सजादा भी फड़ लिया। उस वक्त फिर भाई बाला जी ने बेनती की, महाराज निआसरियां दे आसरे, दुखियां दे दुखां तो, इस दर्दबंदां नूं दुखियां नूं दुनिया विच दुखां तो छुड़ाउण वाले आप सच्चे पातशाह, फिर भाई सजादे दी आप ही सहायता करो, मदद करो। उस वक्त फिर भाई बाले नूं नाल लैके महाराज जिथे सज्जन ठग दा ये धार्मिक स्थान बनाया होया सी उत्थे आए। आउंदे ही सतगुरु जी ने सज्जन ठग नूं वंगार के बचन कीता, कहण लगे ओ बई इत्थे एक साडा प्रेमी गुरसिख आया सी, नौजवान बच्चा, दस कित्थे है। साफ ही मुनकर हो गया, झूठ बोल गया, कहण लगा जी इत्थे तां कोई आया ही नहीं। महाराज भाई बाले नूं कहण लगे भाई बालिया, ये वैष्णु बन के बड़ा वड्डा पखंडी है, बड़ा वड्डा पापी है। जा भोरे दे विचों भाई सजादे नूं बन के इन्हां ने वस्त्र ला के नंगा ही बिठाया होया, उस नूं लै के आ। भाई बाला जी जदों गए भोरे दे विचों भाई सजादा हथ पैर बन्ने हुए है। भाई बाला जी ने हथ पैर खोल के अपना चादरा शरीर उत्ते दे के भाई सजादे नूं बाहर लिआंदा तां सारी वारता पुछी। उस वक्त फिर भाई सजादे ने सतगुरु महाराज जी नूं बेनती की, महाराज मैं तां पानी पीण आया सी, इन्हां ने मेरे वस्त्र भी ला लए ते मेरे कोलों बार बार कुटमार करन दा भी यतन करते रहे, पर तुहाडे प्रताप नाल मैनूं कुटमार नहीं कर सके। पर बहुत भै अते डर इन्हां ने दिखाया, धन दी बार बार मंग कर रहे सन, इस करके महाराज मैं को थां फस गया। उस वक्त फिर सतगुरु महाराज श्री गुरु नानक देव सच्चे पातशाह जी ने सज्जन ठग नूं उस वक्त कहण लगे कि भलिया पुरुषा, बाणा तां तेरा धार्मिक पुरखां वाला संतां महात्मा वाला लिबास है, पर है तू सज्जन नहीं, तू ठग है। इस धार्मिक बाणे की आड़ विच किन्ने पाप तू करने आ।
ਵੇਖ ਤੂੰ ਮੰਦਰ ਵੀ ਬਣਾਇਆ, ਜਿਹੜੇ ਮੰਦਰ ਨੂੰ ਮੰਨਣ ਵਾਲੇ ਆ ਉਹ ਵੀ ਤੇਰੇ ਕੋਲੇ ਆ ਕੇ ਫਸਦੇ ਆ, ਜਿਹੜੇ ਮਸੀਤ ਨੂੰ ਮੰਨਣ ਵਾਲੇ ਆ ਉਹ ਮਸੀਤ ਦੇ ਪ੍ਰੇਮੀ ਉਹ ਵੀ ਤੇਰੇ ਕੋਲੇ ਆ ਕੇ ਫਸਦੇ ਆ। ਧਰਮਸਾਲ ਵੀ ਬਣਾਈ ਹੋਈ ਹੈ, ਸਰਾਵਾਂ ਵੀ ਬਣਾਈਆਂ, ਦਿਨੇ ਆਇਆਂ ਨੂੰ ਤੂੰ ਫਸਾ ਲੈਣਾ, ਰਾਤ ਨੂੰ ਉਹਨਾਂ ਨੂੰ ਮਾਰ ਦਿੰਦਾ, ਜੋ ਉਹਦੇ ਕੋਲੇ ਧਨ ਵਸਤਰ ਕੀਮਤੀ ਹੁੰਦੇ ਆ ਉਹ ਸਾਰੇ ਤੂੰ ਲੁੱਟ ਲੈਣਾ। 100 ਬੰਦਾ ਮਾਰਿਆ ਹੋਇਆ ਸੀ, 100 ਬੰਦੇ ਦੀ ਖੋਪਰੀ ਉੱਥੇ ਭੋਰਿਆਂ ਵਿੱਚ ਪਈ ਸੀ। ਮਹਾਰਾਜ ਕਹਿੰਦੇ ਭਾਈ ਸਜਾਦਾ ਜੇ ਅਸੀਂ ਨਾ ਆਉਂਦੇ 101ਵਾਂ ਤੂੰ ਬਣ ਜਾਣਾ ਸੀ, ਅੱਜ ਇਹਦੇ ਹੱਥੋਂ ਮੌਤ ਦਾ ਸ਼ਿਕਾਰ ਤੂੰ ਬਣ ਜਾਣਾ ਸੀ। ਉਸ ਵਕਤ ਜਦੋਂ ਸੱਜਣ ਠੱਗ ਨੂੰ ਸਤਿਗੁਰੂ ਜੀ ਨੇ ਬਚਨ ਕਹੇ, ਉਦੋਂ ਸੱਜਣ ਠੱਗ ਨੇ ਸਤਿਗੁਰੂ ਜੀ ਦੇ ਚਿਹਰੇ ਦਾ ਐਸਾ ਪ੍ਰਭਾਵ ਪਿਆ, ਐਸੀ ਮਨ ਨੂੰ ਸੀਤਲਤਾ ਆਈ, ਆਪਣੇ ਪਾਪ ਕਰਮਾਂ ਦਾ ਐਸਾ ਪਛਤਾਤਾਪ ਮਨ ਵਿੱਚ ਪੈਦਾ ਹੋਇਆ, ਸ਼ਰਮਿੰਦਾ ਹੋਇਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਗਿੜਗੜਾ ਕੇ ਡਿੱਗ ਪਿਆ। ਸੱਚੇ ਪਾਤਸ਼ਾਹ ਇਸ ਦੁਨੀਆ ਨਾਲੋਂ, ਸ੍ਰਿਸ਼ਟੀ ਨਾਲੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ, ਮੇਰੇ ਨਾਲੋਂ ਵੱਡਾ ਹੋਰ ਕੋਈ ਗੁਨਾਹਗਾਰ ਨਹੀਂ, ਮਹਾਰਾਜ ਮੇਰਾ ਉਧਾਰ ਕਰੋ। ਉਸ ਵਕਤ ਫਿਰ ਤੁਲੰਬੇ ਨਗਰ ਦੇ ਵਿੱਚ ਸੱਜਣ ਠੱਗ ਨੂੰ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰ ਕੇ ਸੂਹੀ ਰਾਗ ਵਿੱਚ ਪਰਮ ਪਵਿੱਤਰ ਉਪਦੇਸ਼ ਦਿੱਤਾ ਔਰ ਅਸਲੀ ਗੁਰਸਿੱਖੀ ਦੀ ਦਾਤ ਬਖਸ਼ ਕੇ, ਨਾਮ ਦੀ ਦਾਤ ਬਖਸ਼ ਕੇ ਮਹਾਰਾਜ ਜੀ ਨੇ ਅਸਲੀ ਸੱਜਣਾ, ਅਸਲੀ ਪਿਆਰਾ ਗੁਰੂ ਦਾ, ਪਰਮੇਸ਼ਰ ਦਾ ਉਸ ਨੂੰ ਬਣਾਉਣਾ ਕੀਤਾ। ਇਹ ਸ਼ਬਦ ਮੇਰੇ ਸਤਿਗੁਰੂ ਜੀ ਨੇ ਉਸ ਵਕਤ ਉਚਾਰੇ ਹਨ। ਆਓ ਸੰਗਤ ਜੀ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਘਰ ਛੇਵੇਂ ਘਰ ਸੁਰਤਾਲ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਰਹਾਉ ਦੀਆਂ ਪੰਕਤੀਆਂ ਤੋਂ ਸ਼ਬਦ ਦਾ ਸਿਧਾਂਤ ਪ੍ਰਾਰੰਭ ਹੁੰਦਾ ਹੈ। ਮਹਾਰਾਜ ਕਹਿੰਦੇ ਸੱਜਣ ਉਹ ਹੈ ਜਿਹੜਾ ਦੁੱਖ ਦੇ ਵਿੱਚ ਵੀ ਨਾਲ ਚੱਲ ਕੇ ਸਹਾਇਤਾ ਕਰੇ, ਉਸ ਨੂੰ ਅਸਲੀ ਸੱਜਣ ਕਿਹਾ ਜਾਂਦਾ। ਲੋਕ ਪ੍ਰਲੋਕ ਦੇ ਵਿੱਚ ਜਿਹੜਾ ਦੁੱਖਾਂ ਤੋਂ ਬਚਾਵੇ, ਉਹੀ ਅਸਲ ਸੱਜਣ ਮਿੱਤਰ ਪਿਆਰਾ ਹੁੰਦਾ ਹੈ। ਉਹ ਸੱਜਣ ਨਹੀਂ ਹੈ ਬਾਹਰੋਂ ਸੱਜਣ ਬਣੇ ਤੇ ਅੰਦਰੋਂ ਧੋਖਾ ਦੇਵੇ, ਕਪਟ ਕਰੇ, ਮਨ ਦੇ ਵਿੱਚ ਛਲ ਰੱਖੇ। ਬਾਹਰੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਫਸਾ ਲੈਣਾ ਤੂੰ, ਫਿਰ ਰਾਤ ਨੂੰ ਉਹਨਾਂ ਦਾ ਧਨ ਵਸਤਰ ਲੁੱਟ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਮਾਰ ਦਿੰਨਾ। ਤੇਰੇ ਨਾਲੋਂ ਵੱਡਾ ਹੋਰ ਕੌਣ ਪਾਪੀ ਹੈ? ਤੂੰ ਤਾਂ ਸਭ ਤੋਂ ਵੱਡਾ ਪਾਪੀ ਹੈ। ਜਿਵੇਂ ਸ਼ਿਕਾਰੀ ਜਿਹੜਾ ਹੈ ਉਹ ਚੋਗਾ ਖਿਲਾਰ ਕੇ ਇੱਕ ਪਾਸੇ ਉਹਨੇ ਸਾਧ ਸੰਗਤ ਦੀ ਜਾਲ ਲਾਇਆ ਹੁੰਦਾ ਹੈ। ਜਦੋਂ ਜਾਨਵਰ ਆਪਣੀ ਮਸਤੀ ਵਿੱਚ ਚੋਗਾ ਚੁਗਣ ਲੱਗ ਜਾਂਦੇ, ਫਿਰ ਉਹ ਜਾਲ ਸਿੱਟ ਕੇ ਸਾਰੇ ਪੰਛੀਆਂ ਨੂੰ ਫੜ ਲੈਂਦਾ ਹੈ। ਚੋਗਾ ਖਿਲਾਰਦਾ ਉਹਨਾਂ ਨੂੰ ਫਸਾਉਣ ਲਈ, ਦਿਖਾਵੇ ਦਾ ਇਹ ਪੁੰਨ ਕਰਦਾ ਵੀ ਮੈਂ ਬੜਾ ਪੁੰਨ ਕਰ ਰਿਹਾ, ਪੰਛੀਆਂ ਨੂੰ ਦਾਣਾ ਪਾ ਰਿਹਾ, ਪਰ ਅੰਦਰ ਉਹਦੇ ਕਪਟ ਹੁੰਦਾ, ਛਲ ਹੁੰਦਾ ਕਿ ਉਹ ਧਰਮੀ ਬਣ ਕੇ ਦਿਖਾਉਂਦਾ ਵੀ ਪੰਛੀਆਂ ਨੂੰ ਮੈਂ ਦਾਣਾ ਪਾ ਰਿਹਾ ਹਾਂ, ਪਰ ਉਹਦੀ ਮਨਸ਼ਾ ਜਿਹੜੀ ਆ ਅੰਦਰੋਂ ਮਨ ਦੀ ਖੋਟ ਹੈ, ਉਹਨਾਂ ਪੰਛੀਆਂ ਦਾ ਸ਼ਿਕਾਰ ਕਰਕੇ ਮਾਰ ਕੇ ਉਹਨਾਂ ਨੂੰ ਖਾਣ ਦੀ ਹੁੰਦੀ ਹੈ। ਇਸ ਕਰਕੇ ਕਹਿੰਦੇ ਤੇਰੀ ਹਾਲਤ ਐਸੀ ਹੈ, ਦਿਖਾਵਾ ਜਿਹੜਾ ਚੋਗਾ ਹੈ ਉਹ ਤੂੰ ਧਰਮ ਦਾ ਖਿਲਾਰਿਆ ਹੋਇਆ। ਲੋਕ ਵਿਚਾਰੇ ਭੋਲੇ ਭਾਲੇ ਤੇਰੇ ਕੋਲੇ ਆ ਕੇ ਫਸ ਜਾਂਦੇ ਆ ਵੀ ਇਹ ਧਾਰਮਿਕ ਸਥਾਨ ਹੈ, ਬੜਾ ਧਰਮੀ ਪੁਰਸ਼ ਹੈ, ਬੜੀ ਮਾਲਾ ਘਮਾਉਂਦਾ ਹੈ, ਬੜੇ ਸਫੇਦ ਰੰਗ ਦੇ ਵਸਤਰ ਪਾਏ, ਤਿਲਕ ਵੀ ਲਾਇਆ ਹੋਇਆ ਹੈ, ਆਪਣਾ ਲਿਬਾਸ ਇਹੋ ਜਿਹਾ ਬਣਾਇਆ। ਜੇ ਮੁਸਲਮਾਨ ਵੇਖਦੇ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਕੋਈ ਉੱਚ ਦਰਜੇ ਦਾ ਪੀਰ ਹੈ। ਜੇ ਕੋਈ ਹਿੰਦੂ ਵੇਖਦਾ
ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸਾਡਾ ਕੋਈ ਵੱਡਾ ਸੰਤ ਮਹਾਤਮਾ ਹੈ। ਸਾਰਿਆਂ ਨੂੰ ਖੁਸ਼ ਰੱਖਣ ਵਾਸਤੇ ਤੂੰ ਸਾਰਿਆਂ ਦੇ ਧਰਮ ਸਥਾਨ ਬਣਾਏ ਹੋਏ ਹੈ। ਮੁਸਲਮਾਨਾਂ ਦੀ ਮਸੀਤ, ਹਿੰਦੂਆਂ ਦਾ ਮੰਦਿਰ ਵੀ ਬਣਾਈ ਬੈਠਾ ਹੈ। ਜਿਵੇਂ ਅੱਜ ਕੱਲ੍ਹ ਵੀ ਕਈ ਦੰਭੀ ਪਖੰਡੀ ਸਾਧ ਸੰਗਤ ਜੀ ਦੁਨੀਆ ਨੂੰ, ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਸਤੇ ਆਪਣੇ ਡੇਰਿਆਂ ਵਿੱਚ ਮਸੀਤਾਂ ਵੀ ਬਣਾਈ ਰੱਖਦੇ ਆ, ਕਬਰਾਂ ਵੀ ਬਣਾਈ ਰੱਖਦੇ ਆ, ਮੰਦਿਰ ਵੀ ਬਣਾ ਲੈਂਦੇ ਆ, ਗੁਰਦੁਆਰਾ ਵੀ ਬਣਾ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਆ। ਇਉਂ ਲੋਕਾਂ ਨੂੰ, ਭੋਲੇ ਭਾਲਿਆਂ ਨੂੰ ਫਸਾ ਕੇ ਲੁੱਟਣ ਦੇ ਇਹਨਾਂ ਲੋਕਾਂ ਨੇ ਸਾਰੇ ਇਹ ਪ੍ਰਪੰਚ ਬਣਾਏ ਹੋਏ ਹਨ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੀ ਜਿਹੜੀ ਉਦੋਂ ਹਾਲਤ ਸੀ, ਅੱਜ ਵੀ ਇਹੋ ਜਿਹੀ ਹਾਲਤ ਬਹੁਤ ਲੋਕਾਂ ਨੇ ਬਣਾ ਕੇ ਰੱਖੀ ਹੋਈ ਹੈ। ਸੋ ਮਹਾਰਾਜ ਕਹਿੰਦੇ ਤੂੰ ਸੱਜਣਾ ਵਾਲੇ ਕੰਮ ਨਹੀਂ ਕਰਦਾ, ਤੂੰ ਤਾਂ ਬਈ ਠੱਗਾਂ ਵਾਲੇ, ਜਿਵੇਂ ਠੱਗ ਚੋਰ ਹਨੇਰੇ ਵਿੱਚ ਚੋਰੀ ਕਰਦਾ, ਜਿਹੜਾ ਠੱਗ ਹੁੰਦਾ ਉਹ ਦਿਨੇ ਠੱਗਦਾ ਲੋਕਾਂ ਨੂੰ ਸਾਹਮਣੇ। ਇਸ ਤਰ੍ਹਾਂ ਤੂੰ ਤਾਂ ਬਹੁਤ ਵੱਡਾ ਠੱਗ ਹੈ। ਔਰ ਤੇਰਾ ਲਿਬਾਸ ਕਿਹੋ ਜਿਹਾ ਹੈ। ਹੁਣ ਆਰੰਭ ਦੀਆਂ ਪੰਕਤੀਆਂ ਤੋਂ ਸਤਿਗੁਰੂ ਜੀ ਇਹ ਪਰਮ ਪਵਿੱਤਰ ਉਪਦੇਸ਼ ਪ੍ਰਾਰੰਭ ਕਰਦੇ ਹਨ। ਉਜਲ ਕਹਿਆ ਚਿਲਕਣਾ, ਕਹਿਆ ਨਾਮ ਕਾਂਸੀ ਦਾ ਬਰਤਨ, ਮਾਝੇ 'ਚ ਕਹਿਆ ਵੀ ਕਹਿ ਦਿੰਦੇ ਆ, ਕਈ ਥਾਵਾਂ ਤੇ ਕਾਂਸੀ ਦਾ ਬਰਤਨ ਵੀ ਉਸ ਨੂੰ ਕਿਹਾ ਜਾਂਦਾ ਹੈ। ਜਿਹੜਾ ਕਹਿ ਦਾ ਕਾਂਸੀ ਦਾ ਬਰਤਨ ਹੁੰਦਾ ਨਾ ਸਾਧ ਸੰਗਤ ਜੀ, ਦੇਖਣ ਵਿੱਚ ਬੜਾ ਉਜਲ ਹੁੰਦਾ, ਚਿੱਟਾ ਐਨ, ਤੇ ਚਿਲਕਣਾ ਲਿਸ਼ਕਦਾ ਵੀ ਬੜਾ ਹੈ। ਘੋਟਮ ਕਾਲੜੀ ਮਸ, ਪਰ ਜਦੋਂ ਉਹਨੂੰ ਘੋਟੀਏ ਨਾ, ਘਸਾਈਏ, ਮਾਂਜੀਏ, ਬਾਰ-ਬਾਰ ਉਹਦੇ ਤੇ ਹੱਥ ਫੇਰੀਏ ਤਾਂ ਸਾਧ ਸੰਗਤ ਜੀ ਬਾਰ-ਬਾਰ ਮਸ ਨਾਮ ਕਾਲਖ ਦਾ ਹੈ। ਕਾਲੀ ਸਿਆਹ ਕਾਲੀ ਜਿਹੜੀ ਕਾਲਖ ਹੈ ਨਾ ਮਸ, ਉਹ ਹੱਥਾਂ ਨੂੰ ਲੱਗ ਜਾਂਦੀ ਹੈ, ਉਹਦੇ ਨਾਲ ਹੱਥ ਕਾਲੇ ਹੋ ਜਾਂਦੇ ਹੈ। ਦੇਖਣ ਨੂੰ ਉਹ ਬੜਾ ਚਮਕਦਾ ਵੀ ਹੈ ਤੇ ਬੜਾ ਸਫੇਦ ਰੰਗ ਦਾ ਵੀ ਹੁੰਦਾ ਹੈ। ਜਿਹੜੇ ਵੈਸ਼ਨੂ ਲੋਕ ਹੈ ਨਾ, ਵੈਸ਼ਨੂ, ਉਹ ਕਾਂਸੀ ਦੇ ਬਰਤਨ ਨੂੰ ਸੁੱਚਾ ਨਹੀਂ ਮੰਨਦੇ। ਉਹ ਕਹਿੰਦੇ ਹਮੇਸ਼ਾ ਹੀ ਝੂਠਾ ਰਹਿੰਦਾ, ਇਸ ਕਰਕੇ ਉਹਦੀ ਵਰਤੋਂ ਨਹੀਂ ਕਰਦੇ ਵੈਸ਼ਨਵ ਜਿਹੜੇ ਸਾਧੂ ਹਨ। ਇਸ ਕਰਕੇ ਮਹਾਰਾਜ ਉਹ ਕਹਿ ਦੀ ਕਾਂਸੀ ਦੀ ਉਦਾਹਰਣ ਦੇ ਰਹੇ ਹੈ ਕਿ ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ। ਇਸੇ ਤਰ੍ਹਾਂ ਚਿੱਟੇ ਰੰਗ ਦੇ ਬੜੇ ਸੁੰਦਰ ਤੇਰੇ ਬਸਤਰ ਪਾਏ ਹੋਏ ਹੈ, ਔਰ ਬੜੀ ਲਿਸ਼ਕ ਪੁਸ਼ਕ ਬਣਾਈ ਹੋਈ ਹੈ ਦੁਨੀਆ ਨੂੰ ਠੱਗਣ ਵਾਸਤੇ। ਤਰ੍ਹਾਂ ਤਰ੍ਹਾਂ ਦੇ ਐਸੇ ਆਪਣੇ ਚਿਹਰੇ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਲਾਈਆਂ ਹੋਈਆਂ ਜਿਹੜਾ ਲੋਕਾਂ ਨੂੰ ਲੱਗੇ ਵੀ ਇਹਦੇ ਚਿਹਰੇ ਤੇ ਬੜਾ ਨੂਰ ਹੈ, ਬੜੀ ਚਮਕ ਹੈ। ਬਈ ਗੁਰਮੁਖਾਂ ਦੇ ਨਾਮ ਜਪਣ ਵਾਲਿਆਂ ਦੇ, ਭਗਤੀ ਕਰਨ ਵਾਲਿਆਂ ਤੇ ਤਾਂ ਭਗਤੀ ਦਾ ਨੂਰ ਹੁੰਦਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਉਹ ਨੂਰ ਦਾ ਪ੍ਰਤਾਪ ਹੁੰਦਾ। ਉਹ ਨੂਰ ਕੀ ਹੈ ਕਿ ਜਿਨ੍ਹਾਂ ਦੇ ਮਸਤਕ ਉੱਤੇ ਭਗਤੀ ਦਾ ਨੂਰ ਹੁੰਦਾ ਸਾਧ ਸੰਗਤ ਜੀ, ਅਸਲੀ ਨੂਰ ਹੁੰਦਾ ਨਾ ਜਿਨ੍ਹਾਂ ਦੇ। ਕਈ ਬੰਦੇ ਦਵਾਈਆਂ ਖਾ ਖਾ ਕੇ, ਕੁਸਤੇ ਖਾ ਖਾ ਕੇ ਆਪਣੇ ਚਿਹਰੇ ਦਾ ਬੜਾ ਲਾਲ ਰੰਗ ਬਣਾਉਂਦੇ ਆ। ਕਈ ਕਿਸਮ ਦੀਆਂ ਕੋਈ ਚੀਜ਼ਾਂ ਵੀ ਲਾ ਲੈਂਦੇ ਆ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ। ਅੱਖਾਂ ਵਿੱਚ ਐਸਾ ਦਾਰੂ ਪਾ ਲੈਣਾ ਵੀ ਅੱਖਾਂ ਬੜੀਆਂ ਲਾਲ, ਲੋਕਾਂ ਨੂੰ ਲੱਗੇ ਵੀ ਬੜੀ ਖੁਮਾਰੀ ਹੈ। ਇਸ ਤਰ੍ਹਾਂ ਦੀ ਹਾਲਤ ਬਣਾਉਂਦੇ ਹੈ। ਇਹ ਪਦਾਰਥਾਂ ਦਾ ਖਾ ਕੇ ਬਣਾਇਆ ਹੋਇਆ ਲਾਲ ਰੰਗ ਇਹ ਭਗਤੀ ਦਾ ਰੰਗ ਨਹੀਂ ਹੈ। ਭਗਤੀ ਦਾ ਰੰਗ ਜਿਨ੍ਹਾਂ ਦੇ ਉੱਤੇ ਨੂਰ ਹੁੰਦਾ ਹੈ ਨਾ, ਉਹਨਾਂ ਦੀ ਤਾਂ ਅਵਸਥਾ ਇਹ ਹੁੰਦੀ ਆ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕਟਿਐ ਮੈਲ ਸਾਧ ਸੰਗ ਉੱਠਿਆ। ਉਹਨਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਅੰਦਰ ਸਫੁਰਨ ਹੋ ਜਾਂਦੀ। ਧੰਨ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ
जिन्हां ने 72 साल सचखंड श्री हरमंदर साहब कीर्तन किया। बड़ी वड्डी घालना उन्हां महापुरखों ने घाली। जिहड़ा आसा जी दी वार तो पहला 1 घंटा त्रिपहरे का कीर्तन हुंदा, ये उन्हां महापुरखों ने ये सेवा अपने जीवन काल विच आरंभ कीती सी। और अमृत वेले आप ਚੱਕੀ ਨਾਲ आटा पीस के कड़ाह प्रसाद की देग तैयार करके जिहड़ी अमृत वेले कड़ाह प्रसाद की देग हरमंदर साहब आउंदी, वो अपने सीस ते परात चुक के लियाउंदे सन। आप हत्थी ਚੱਕੀ ਨਾਲ आटा पीसना, आप कड़ाह प्रसाद की देग तैयार करनी, आप फिर हरमंदर साहब लैके आउणे। फिर अमृत वेले की पहली चौंकी हरमंदर साहब कीर्तन करके फिर श्री अकाल तख्त साहब जाके आसा जी की वार का संपूर्ण कीर्तन, उस तो बाद वाली चौंकी बाबा टल राय साहिब जी विखे कीर्तन की चौंकी भरनी उन्होंने। बड़ी करनी वाली महान आत्मा पूर्ण ब्रह्म ज्ञानी महापुरख होए धन बाबा श्याम सिंह साहब जी। उन्होंने समय के गुरसिखा ने दसिया कि जदों भाई उन्होंने कोई दर्शन करन जांदा सी ना, तो दर्शन करन वाले नाल दुनियावी गल्लां नहीं करते सन। उन्होंने एको गल कहनी, गुरमुखो मैं धन गुरु रामदास साहब जी के दर दा कूकर है, तुसीं मैनू दर्शन दिते है, तुहाडे दर्शन करके मैं भागां वाला बन गया, ते आपां महाराज साहब जी के चरनां विच हाज़री लवाईए। सरंदे नाल आए प्रेमियां नूं गुरबाणी दा एक शब्द सुना देना उन्होंने। ते साध संगत जी ऐसी अवस्था सी कहंदे उन्हां महापुरखों की, जदों कोई गुरमुख निर्मल आत्मा उन्हां दे पास बैठदी सी ना जाके, ते उहदे हिरदे विच उन्हां दे दर्शन करके ही वाहिगुरू दा नाम अपने आप चल पैंदा सी। वाहिगुरू सिमरन, वाहिगुरू नाम दा जाप अपने आप ही चल पैंदा सी। ऐसा उन्हां दा प्रताप सी महापुरखों दा। ऐसी करनी वाली आत्मावां होए। ऐसे जिहड़े असली जिन्हां दे उत्ते भगती दा रंग चढ़िया हुंदा, असली मस्तक नूरानी मस्तक जिन्हां दा हुंदा, उन्हां दे दर्शन करके भाई वो जिहड़ा नूर है ना, उस नाल तपे हुए मन भी शांत हो जांदे। छलोने वाले बाबा जी ग्वालियर के इलाके विच होए, उन्हां दी जीवन गाथा महापुरख डॉक्टर भाई वीर सिंह जी ने लिखी है संत गाथा दे विच। वो इन्नी करनी दे मालिक सन, गुरु घर दे अनंत श्रद्धालु प्रेमी सन। वड्डे तो वड्डा कोई राजा, कोई दुखी गरीब कंगाल कोई भी आउणा, उन्होंने कहना भाई सचखंड श्री हरमंदर साहब जाके दर्शन करो, उत्थों तुहाडे दुख कट्टे जाने हैं। चोबे राय विनायक नूं जिहड़ा मुसीबतां दा मारिया होया उस इलाके दा बहुत वड्डा सरदार सी, हरमंदर साहब भेजिया उन्होंने। वो पैदल चल के आया, जदों इत्थे आके अमृत सरोवर विच इशनान किया, दर्शन किए, देख कराई, वापस गया। जांदियां नूं सारियां मुसीबतां खत्म हो चुकियां सन। वो महापुरखों का भी इस तरह दसदे है भी ग्वालियर के राजे ने एक बारी उन्होंने बेनती की कि महापुरखों मेरा रणवास भाव जिन्नियां राणियां तुहाडे दर्शन करना चाहुंदियां हन। महापुरख कहण लगे राजन भी साडे शरीर ते तां कोई तेड़ ते ही वस्त्र है, तन ते कोई वस्त्र नहीं। वस्त्रां तो बिना बीबियां नूं दर्शन देने जां उन्हां दे मत्थे लगना गुरु घर की मर्यादा नहीं है। कहण लगा जी वस्त्र बनवा दिना। कहंदे ठीक है, फिर एक वस्त्र तन नूं ढकण दा बनवा दे, फिर बीबियां नूं लैके आई साडे पास। इस तरह ये मर्यादा नहीं है कि बिना शरीर ढके तो बीबियां नूं दर्शन दईए। ये गुरु घर की परंपरा नहीं है। पूरी इज्जत पत दे सहित आप भी रहना ते दूसरियां दा भी सन्मान सत्कार रखना। जदों दर्जी नूं लैके आया ना, दर्जी नूं राजा कहंदा भी दूरों ही मेच लै लई, नेड़े नहीं उन्होंने तेरे आउणा। जे वस्त्र पूरे पूरे मेच आ गए,
फिर तू जो इनाम मंगेगा मैं तेनू देंगा। जदों दर्जी ने साध संगत जी मुसलमान वो दर्जी सी दसदे है उदों हत्थां नाल ही वस्त्र सियां करते सन। जदों मुसलमान दर्जी आया ना दूरों संतां दे दर्शन कीते, दर्शन करदियां अखां विचों अथरू चल पे अपने आप, वैराग करन लग पिया। ग्वालियर दा राजा पुछण लगा की कारण है, कहण लगा मैं बहुत वड्डा पापी है, पर दूरों ही इस महात्मा दे दर्शन होए, अलाही दर्शन। कहंदा मैनू इन्हां विचों खुदा दा नूर नज़र आया। अज मैं बहुत वड्डा पापी है, बेसवागामी है, रोज बेसवा दे द्वारे जाना मैं, रोज बिना नागा, पर इस खुदा दे नूर दे दर्शन करके ना, इस फकीर दे इस महात्मा दे दर्शन करके मेरे मन ने तौबा कर ली कि अज तो बाद बेसवा दे द्वारे नहीं जाना, पाप नहीं करना है, धर्म दे सहित अपना जीवन निभाउणा। मैं अपने पापां दा पश्चाताप कर रहा भी एक ऐसी हस्ती है जिहदे दर्शन करके अंदरों आत्मा झंडोड़ी गई, अंदरों मन मुड़ गया, विचों मार कढ़ियां बुराइयां, बुरे औगणे दे दर्शनां ने मेरे मन विचों दूर कर दिते। सो साध संगत जी, ऐसे गुरमुखां दे महात्मा जनां दे दर्शन करके पापियां दे पाप छुट जांदे है। वो नूरी दर्शन हुंदा, वो चेहरे दा प्रताप, वो भगती दा रंग उन्हां नूं चढ़िया हुंदा। लाल रंग तिसको लगा जिसके वड भागा, मेला कदे न होवी न लागे दागा। महाराज कहंदे भी सज्जण तू तां ठग्गां वाला रंग बनाया दुनिया नूं फसाउण लई, इहो जे सज्जण नहीं हुंदे। उजल कहा चिलकना, चिट्टा रंग बड़ा सुंदर वस्त्रां दे रूप विच पाया होया है और बड़ा चमकारे भी मार रहा है। पर कहंदे जदों घोटम कालड़ी मस, जदों घोटम घोटिया खोजिया विचारिया तां की देखिया, अंदरों कालखी निकली। बाणा करनी बाहरली सारी कथनी कह लो, ये संता महात्मा वाली पर करनी पापियां वाली। अंदरों जो देखिया ना, घोटिया विचारिया देखिया, तो अंदरों पाप ही पाप निकलते आ रहे हैं, पापां दी कालखी दिखाई दे रही है, होर कुछ भी नजर नहीं आउंदा है। धोतिया झूठ न उतरै, जिवें कहंदे बर्तन नूं 100 वारी भी धो तां जिहड़े वैष्णु कर्म कांडी आ, कहंदे सुੱਚਾ नहीं हुंदा। इस तरह बई धोतिया झूठ ना उतरै, इहो जे पापी नूं 100 वारी तीर्थां दे उत्ते जाके नहाइए भी धोइए भी तां भी उन्हां दी पापां दी झूठ नहीं लैंदी, पापां दी मैल नहीं लैंदी है। बाहर धोती तूमड़ी अंदर विसन को, ऐसी हालत उन्हां जीवां दी है। जे 100 धोवा तिस, जे 100 वारी भी धोना पाईए जिवें ओहदी झूठ नहीं लैंदी, इसे तरह गुनाहगार बंदा जिहड़ा बाहरों बड़े सफेद रंग दे वस्त्र धार्मिक आगू बन के भी दिखाउंदा, बड़ा चिलकदा भी है, लिशकदा भी है, पर पापां दी अंदर कालस नूं ही घोटी जांदा। भाव ठगियां लाउणियां ठोरियां, ठगियां ठोरियां धोखे, यही चीज़ां दी अंदर हर समय उहदे अंदर यही विचार चलदी रहिंदी है। अज इहनूं ठगी लाई है, कल नूं किहनूं ठगना, इहो जे अंदर मन दे विच फुरने, यही घोटी जांदा अंदर बार बार इसे पाप नूं ही। ते इहो जिहड़े मनुख है ना, वो भावें तीर्थां ते भी जाण, जा के 100 वारी भी धोण, अपना शरीर भी धोण, 100 वेरी जाके इशनान भी 68 तीर्थां ते करन, तां भी उन्हां दी मैल नहीं लैंदी है, पापां दी मैल तो नहीं मुक्त हुंदे। सज्जन सेई नाल मैं, कहंदे सज्जन तां ओह है भाई असली साथी। सज्जन दा अर्थ साथी, साथी ओह है मैं साडा,
ਜਿਹੜਾ ਚਲਦਿਆਂ ਨਾਲ ਚਲਨ। ਜਦੋਂ ਐਸ ਲੋਕ ਵਿੱਚ ਚੱਲੀਏ ਤਾਂ ਨਾਲ ਸਾਥ ਦਵੇ। ਸੱਜਣ ਸੇਈ ਨਾਲ ਮੈਂ, ਉਹੀ ਸੱਜਣ ਪਿਆਰਾ ਸਾਥੀ ਹੈ। ਚੱਲਦਿਆਂ ਨਾਲ ਚਲਨ। ਜਿਹੜਾ ਇੱਥੇ ਵੀ ਨਾਲ ਚੱਲੇ, ਭਾਵ ਇੱਥੇ ਮੁਸੀਬਤ ਪੈ ਗਈ ਤੇ ਮੁਸੀਬਤ ਦੇ ਵਿੱਚ ਛੱਡ ਕੇ ਭੱਜ ਗਿਆ, ਉਹ ਕਾਹਦਾ ਸੱਜਣ ਹੈ? ਜਦੋਂ 6 ਮਹੀਨੇ ਦਾ ਘੇਰਾ ਸ੍ਰੀ ਅਨੰਦਪੁਰ ਸਾਹਿਬ ਪਿਆ, ਭੁੱਖੇ ਪਿਆਸੇ ਜਿਹੜੇ ਸਤਿਗੁਰੂ ਜੀ ਨੂੰ ਛੱਡ ਕੇ ਆ ਗਏ, ਉਹ ਗੁਰੂ ਦੇ ਸਿੱਖ ਨਹੀਂ ਸਨ। ਜਿਨ੍ਹਾਂ ਨੇ ਭੁੱਖਾਂ ਪਿਆਸਾਂ ਕੱਟ ਕੇ ਵੀ ਭਾਈ ਬਚਿੱਤਰ ਸਿੰਘ ਜੀ ਵਰਗਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਉਹ ਅਸਲੀ ਗੁਰੂ ਸਾਹਿਬ ਪਿਆਰੇ ਸਿੱਖ ਸਨ। ਇਸੇ ਤਰ੍ਹਾਂ ਜਿਵੇਂ ਕਬੀਰ ਸਾਹਿਬ ਫਰਮਾਨ ਕਰਦੇ ਆ ਨਾ ਗੁਰਬਾਣੀ ਦੇ ਵਿੱਚ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਮਾਲਕ ਸੰਕਟ ਵਿੱਚ ਫਸ ਜਾਵੇ, ਮੁਸੀਬਤ ਵਿੱਚ ਫਸ ਜਾਵੇ ਤੇ ਸੇਵਕ ਉਹਨੂੰ ਛੱਡ ਕੇ ਭੱਜ ਜਾਵੇ ਨਾ, ਕੈਰ ਬਣ ਜਾਵੇ, ਬੁੱਝਦਿਲ ਬਣ ਕੇ ਭੱਜ ਜਾਵੇ, ਕਹਿੰਦੇ ਇਹੋ ਜਿਹੇ ਸੇਵਕ ਨੂੰ ਚਿਰੰਕਾਲ ਜਿਉਣਾ ਨਹੀਂ ਮਿਲਦਾ, ਲੰਮਾ ਸਮਾਂ ਨਹੀਂ ਉਹ ਜਿਉਂਦਾ ਰਹਿ ਸਕਦਾ। ਜਿਹੜੀ ਜ਼ਿੰਦਗੀ ਨੂੰ ਬਚਾਉਣ ਲਈ ਮੌਤ ਤੋਂ ਡਰਦਾ ਭੱਜਿਆ ਤਾਂ ਉਹਨੂੰ ਦੋਨਾਂ ਲੋਕਾਂ ਵਿੱਚ ਹੀ ਨਹੀਂ ਉਹਨੂੰ ਇੱਜ਼ਤ ਪ੍ਰਾਪਤ ਹੁੰਦੀ। ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਐਸ ਲੋਕ ਦੇ ਵਿੱਚ ਵੀ ਸ਼ਰਮਿੰਦਾ ਹੋਣਾ ਪੈਂਦਾ, ਦਰਗਾਹ ਦੇ ਵਿੱਚ ਵੀ ਸ਼ਰਮਿੰਦਗੀ ਸਹਾਰਨੀ ਪੈਂਦੀ ਆ, ਉਹਦੀਆਂ ਕੁਲਾਂ ਨੂੰ ਵੀ ਸਹਾਰਨੀ ਪੈਂਦੀ ਆ। ਦੁਨੀ ਚੰਦ ਛੱਡ ਕੇ ਭੱਜ ਕੇ ਆਇਆ ਤੇ ਅੱਜ ਵੀ ਲਾਹਣਤਾਂ ਪੈਂਦੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਚਲਦਿਆਂ ਨਾਲ ਚਲਨ, ਦੁੱਖਾਂ ਦੇ ਵਿੱਚ ਵੀ ਨਾਲ ਚੱਲੇ, ਨਾਲ ਤੁਰੇ, ਸਹਾਇਤਾ ਕਰੇ, ਔਰ ਪ੍ਰਲੋਕ ਦੇ ਵਿੱਚ ਵੀ ਜਾ ਕੇ ਸਹਾਇਤਾ ਕਰੇ। ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਭਾਈ ਜੱਲਣ ਜੀ ਪਢਾਣੇ ਨਗਰ ਦੇ ਹੋਏ ਹੈ। ਦਸਾਂ ਨੌਂ ਦੀ ਕਿਰਤ ਕਰਨੀ ਤੇ ਭਗਤੀ ਕਰਨੀ, ਨਾਮ ਜਪਣਾ। ਇੱਕ ਦਿਨ ਇਹਨਾਂ ਦੀ ਧਰਮ ਸੁਪਤਨੀ ਅਚਾਨਕ ਚੜ੍ਹਾਈ ਕਰ ਗਈ। ਵਾਹਿਗੁਰੂ ਜਿਹੜੇ ਸ਼ਾਹੂਕਾਰ ਦੇ ਨੌਕਰੀ ਕਰਦੇ ਸਨ, ਉਹ ਜਦੋਂ ਜੱਲਣ ਜੀ ਨੇ ਸ਼ਾਮ ਨੂੰ ਘਰੇ ਵਾਪਸ ਆਉਣ ਵਾਸਤੇ ਸਾਰੀ ਦਿਹਾੜੀ ਲਾ ਕੇ ਮੁੜਨਾ, ਉਹਨੇ ਜੀ ਕਹਿ ਕੇ ਆਪਣੀ ਸਾਰੀ ਮਜ਼ਦੂਰੀ ਦੇਣੀ ਜੱਲਣ ਜੀ ਨੂੰ। ਜੱਲਣ ਜੱਟ ਕਰਕੇ ਉਹਨਾਂ ਦਾ ਨਾਮ ਆਉਂਦਾ ਇਤਿਹਾਸ ਵਿੱਚ। ਸਾਰਿਆਂ ਨੂੰ ਮਜ਼ਦੂਰੀ ਉਸ ਤਰ੍ਹਾਂ ਦੇ ਦੇਣੀ, ਪਰ ਜੱਲਣ ਜੀ ਨੂੰ ਭਗਤ ਸਮਝ ਕੇ, ਮਹਾਰਾਜ ਦਾ ਸਿੱਖ, ਨਾਮ ਜਪਣ ਵਾਲਾ ਜਾਣ ਕੇ, ਆਓ ਜੱਲਣ ਜੀ ਆਪਣਾ ਤੁਸੀਂ ਰੋਜ਼ ਦੀ ਦਿਹਾੜੀ ਜੋ ਬਣਦੀ ਹੈ ਉਹ ਲੈ ਕੇ ਜਾਓ, ਜੀ ਕਹਿ ਕੇ ਬੁਲਾਉਣਾ। ਤਾਂ ਸਾਧ ਸੰਗਤ ਜੀ ਕੀ ਹੋਇਆ, ਅਚਾਨਕ ਸ਼ਾਹੂਕਾਰ ਚੜ੍ਹਾਈ ਕਰ ਗਿਆ ਜਿਹਦੇ ਨੌਕਰੀ ਕਰਦੇ ਸਨ, ਦਿਹਾੜੀ ਕਰਦੇ ਸਨ। ਤਾਂ ਉਹਦੇ 2 ਦਿਨ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੇ ਘਰੋਂ ਮਾਤਾ ਨੇ ਵੀ ਸੱਚਖੰਡ ਜਾਣ ਦੀ ਤਿਆਰੀ ਕੀਤੀ। ਤਾਂ ਕਹਿਣ ਲੱਗੇ ਵੀ ਰਾਮ ਕੀ, ਜਿਹੜਾ ਸ਼ਾਹੂਕਾਰ ਸਾਨੂੰ ਜੀ ਕਹਿ ਕੇ ਬੁਲਾਉਂਦਾ ਸੀ ਨਾ, ਉਹ ਐਸ ਪ੍ਰਲੋਕ ਤੋਂ, ਲੋਕ ਤੋਂ ਪ੍ਰਲੋਕ ਚਲੇ ਗਿਆ, ਪਰ ਉਹਨੇ ਸਾਰੀ ਜ਼ਿੰਦਗੀ ਕੋਈ ਦਇਆ ਧਰਮ ਨਹੀਂ ਕਮਾਇਆ, ਕੋਈ ਪੁੰਨ ਦਾਨ ਨਹੀਂ ਕੀਤਾ, ਨਾਮ ਨਹੀਂ ਜਪਿਆ। ਧਰਮ ਰਾਜੇ ਦੇ ਵਸ ਪੈ ਗਈ ਹੈ ਉਹਦੀ ਆਤਮਾ। ਤੇ ਤੂੰ ਜਾਂਦੀ ਜਾਂਦੀ ਧਰਮ ਰਾਜੇ ਨੂੰ ਸਾਡਾ ਸੰਦੇਸ਼ ਦੇ ਜਾਈਂ ਕਿ ਇਹ ਸਾਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ, ਇਹਨੂੰ ਤੂੰ ਛੱਡ ਦੇ, ਇਹਨੂੰ ਤੂੰ ਨਰਕਾਂ 'ਚ ਨਾ ਪਾਈ। ਤਾਂ ਉਹਨਾਂ ਦੇ ਘਰੋਂ ਮਾਤਾ ਰਾਮ ਕੀ ਕਹਿਣ ਲੱਗੀ ਜੀ 7 ਬਚਨ। ਇੰਨੇ ਬਚਨ ਤੋਂ ਬਾਅਦ ਮਾਤਾ ਰਾਮ ਕੀ ਚੜ੍ਹਾਈ ਕਰ ਗਈ। ਤਾਂ ਦੂਸਰੇ ਦਿਨ ਜੱਲਣ ਜੀ ਸੱਪ ਉੱਤੇ ਬੈਠੇ ਹੈ ਤੇ ਅਚਾਨਕ ਹੱਸੇ ਉੱਚੀ ਉੱਚੀ। ਤੇ ਸੇਵਕ ਪੁੱਛਦਾ ਜੀ ਮਹਾਂਪੁਰਖੋ ਤੁਸੀਂ ਹੱਸਦੇ ਕਿਉਂ, ਕੀ ਕਾਰਨ ਹੈ, ਅੱਗੇ ਤਾਂ ਕਦੇ ਹੱਸੇ ਨਹੀਂ। ਕਹਿੰਦੇ ਹੱਸਦੇ ਤਾਂ ਹੈ, ਧਰਮ ਰਾਜੇ ਨੇ ਸਾਡਾ ਬਚਨ ਮੰਨ ਲਿਆ, ਉਸ ਸ਼ਾਹੂਕਾਰ ਨੂੰ ਛੱਡ ਦਿੱਤਾ, ਨਰਕਾਂ ਵਿੱਚ ਨਹੀਂ ਪਾਇਆ, ਉਹਦੀ ਬੰਦ ਖਲਾਸੀ ਹੋ ਗਈ, ਤਾਂ ਹੱਸਦੇ ਹਾਂ। ਜੇ ਕੋ ਜਿਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਰੱਬ ਦੇ ਪਿਆਰਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਜੀ ਕਹਿ ਕੇ ਵੀ ਬੁਲਾ ਦੇਵੇ ਨਾ,
ਉਹਨੂੰ ਜਮ ਨਹੀਂ ਕਦੇ ਤਲਬ ਕਰ ਸਕਦਾ। ਇੰਨਾ ਸਤਿਕਾਰ ਹੈ ਨਾਮ ਜਪਣ ਵਾਲੇ ਗੁਰਮੁਖਾਂ ਦਾ। ਇਸ ਕਰਕੇ ਭਾਈ ਸੱਜਣ ਤਾਂ ਉਹੀ ਹੈ ਜਿਹੜਾ ਚਲਦਿਆਂ ਦੇ ਨਾਲ ਪ੍ਰਲੋਕ ਦੇ ਵਿੱਚ ਵੀ। ਸੰਤ ਕਿਹਨੂੰ ਕਹਿੰਦੇ ਆ? ਨਾਨਕ ਕੱਚੜਿਆਂ ਸੁ ਤੋੜ, ਢੂਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਾ, ਮੋਇਆ ਨਾ ਜਾਹੀ ਛੋੜ। ਇਸ ਕਰਕੇ ਪ੍ਰਲੋਕ ਵਿੱਚ ਵੀ ਨਾਲ ਜਾਵੇ। ਸੱਜਣ ਕੀ ਹੈ? ਜਿਹੜੇ ਸ਼ੁਭ ਕਰਮ ਹੈ ਸਾਡੇ ਸੱਜਣ ਹੈ। ਪਾਪ ਕਰਮ ਸਾਡੇ ਸੱਜਣ ਨਹੀਂ ਹਨ। ਜਿਹੜੀ ਸਤ ਸੰਗਤ ਕਰ ਰਹੇ ਹੋ ਨਾ, ਇਹ ਪ੍ਰਲੋਕ ਵਿੱਚ ਤੁਹਾਡੀ ਸੱਜਣ ਬਣੇਗੀ। ਇੱਥੇ ਵੀ ਬਣੇਗੀ, ਪ੍ਰਲੋਕ ਵਿੱਚ ਵੀ। ਜਿਹੜਾ ਨਾਮ ਜਪ ਰਹੇ ਹੋ, ਸਿੱਖੀ ਕਮਾ ਰਹੇ ਹੋ, ਸੇਵਾ ਕਰ ਰਹੇ ਹੋ, ਧਰਮ ਹਿੱਤ ਦਾਨ ਪੁੰਨ ਕਰ ਰਹੇ ਹੋ, ਇਹੀ ਅਸਲੀ ਸੱਜਣ ਹੈ। ਜਿਹੜੇ ਸ਼ੁਭ ਗੁਣ ਹੈ ਨਾ, ਇਹੀ ਅਸਲ ਸੱਜਣ ਸਾਥੀ ਹਨ ਲੋਕ ਪ੍ਰਲੋਕ ਦੇ। ਜਦੋਂ ਬੰਦਾ ਚੱਲਦਾ ਨਾਲ ਚੱਲ ਕੇ ਸਹਾਇਤਾ ਕਰਦੇ, ਦੁੱਖਾਂ ਤੋਂ ਬਚਾਉਂਦੇ ਆ। ਤੋ ਰੱਬ ਦੀ ਦਰਗਾਹ ਦੇ ਵਿੱਚ ਵੀ ਕਮਾਇਆ ਹੋਇਆ ਧਰਮ, ਨਾਨਕ ਔਗੁਣ ਜੇਤੜੇ ਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜਿੱਥੈ ਲੇਖਾ ਮੰਗੀਐ, ਜਿੱਥੇ ਹਿਸਾਬ ਧਰਮਰਾਜੇ ਦੀ ਦਰਗਾਹ ਵਿੱਚ ਮੰਨਿਆ ਜਾਂਦਾ ਹੈ, ਮੰਗਿਆ ਜਾਂਦਾ ਲੇਖਾ। ਜਿੱਥੈ ਖੜੇ ਦਿਸਨ, ਉੱਥੇ ਖੜੇ ਦਿਸਣ, ਭਾਵ ਕੋਲੇ ਆ ਕੇ ਬਰਾਬਰ ਖੜ ਕੇ ਮਦਦ ਕਰਨ, ਰੱਖਿਆ ਕਰਨ, ਜਮਾਂ ਦੇ ਵਸ ਨਾ ਪੈਣ ਦੇਣ, ਨਰਕਾਂ ਵਿੱਚ ਨਾ ਜਾਣ ਦੇਣ। ਉਹ ਭਾਈ ਵਾਹਿਗੁਰੂ ਦਾ ਨਾਮ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਹੁਆ ਨਾਮ ਤੇਰਾ ਸੰਗ ਸਹਾਈ। ਇਹ ਨਾਮ ਹੈ ਜਿਹੜਾ ਤੁਹਾਡੀ ਉੱਥੇ ਵੀ ਰੱਖਿਆ ਜਮਾ ਤੋਂ ਕਰੇਗਾ। ਕਈ ਕਹਿੰਦੇ ਜੀ ਨਰਕੀ ਨਹੀਂ, ਧਰਮ ਰਾਜ ਹੀ ਨਹੀਂ ਹੈ, ਜਾਮੀ ਨਹੀਂ ਹੈ, ਐਵੇਂ ਡਰਾਉਣ ਵਾਸਤੇ ਗੱਲਾਂ ਬਣਾਈਆਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੋ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮ ਲੈਨਾ, ਕਹਿਤਾ ਖਟਿਆ ਕਹਾਂ ਗਵਾਇਆ, ਚਲੋ ਦੀਵਾਨ ਸਤਾਬ ਬੁਲਾਇਆ। ਸਤਾਬੀ ਛੇਤੀ ਛੇਤੀ ਤੈਨੂੰ ਸੱਦਿਆ, ਤੇਰਾ ਲੇਖਾ ਹੋਣਾ। ਜਿੱਥੇ ਲੇਖਾ ਮੰਗਿਆ ਜਾਵੇਗਾ ਉਹ ਕੋਲੇ ਖੜ ਕੇ ਸਹਾਇਤਾ ਕਰਨ। ਉਹ ਹੈ ਧਰਮ ਦੇ ਕਰਮ, ਸ਼ੁਭ ਕਰਮ। ਮਹਾਰਾਜ ਨੇ ਆਪਣੇ ਲਈ ਕੀ ਦਾਤ ਮੰਗੀ ਹੈ? ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮਹਾਰਾਜ ਮੇਰਾ ਖਾਲਸਾ ਸ਼ੁਭ ਕਰਮ ਕਰਨ ਵੱਲੋਂ ਨਾ ਕਿਤੇ ਪਿੱਛੇ ਹਟੇ। ਇਹ ਲੋਕ ਪ੍ਰਲੋਕ ਦਾ ਸ਼ੁਭ ਕਰਮ ਸਾਥੀ ਬਣ ਜਾਏ। ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਜਾ ਕੇ ਸਹਾਇਤਾ ਕਰਕੇ ਜਮਾਂ ਤੋਂ ਨਰਕਾਂ ਤੋਂ ਛੁਡਾ ਦੇਵੇ। ਉਹੀ ਅਸਲੀ ਲੋਕ ਪ੍ਰਲੋਕ ਦੇ ਸੱਜਣ ਸ਼ੁਭ ਗੁਣ ਹਨ। ਮਿੱਤਰ ਸਾਡੇ ਪਿਆਰੇ ਰਹਾਓ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ, ਕੋਠੇ ਮੰਡਪ ਮਾੜੀਆ, ਕੋਠੇ ਕੱਚੇ, ਮੰਡਪ ਜਿਹੜੀਆਂ ਉੱਤੇ ਮਮਟੀਆਂ ਬਣਾਈਆਂ ਹੁੰਦੀਆਂ ਗੁੰਮਜੀਆਂ ਲਾ ਲਾ ਕੇ, ਇਉਂ ਮਾੜੀਆਂ ਵੱਡੀਆਂ ਵੱਡੀਆਂ ਹਵੇਲੀਆਂ ਆਦਿਕ, ਪਾਸਹੁ ਚਿਤ ਵੀ ਆਹਾ, ਔਰ ਉਹਨਾਂ ਦੇ ਪਾਸੇ ਆਲੇ ਦੁਆਲੇ ਚਿਤਵੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ। ਢੱਠੀਆਂ ਕੰਮ ਨਾ ਆਵਨੀ, ਜਦੋਂ ਢਹਿ ਜਾਂਦੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ। ਵਿੱਚੋਂ ਸਖਣੀ ਆਹਾ, ਉਹ ਵਿੱਚੋਂ ਸਖਣੀਆਂ ਖਾਲੀ ਹੈ। ਕਿਉਂ? ਉਹਨਾਂ ਵਿੱਚ ਕਦੇ ਕਥਾ ਕੀਰਤਨ ਨਹੀਂ ਹੋਇਆ, ਕਦੇ ਸਾਧ ਸੰਗਤ ਨੇ ਉੱਥੇ ਚਰਨ ਨਹੀਂ ਪਾਏ। ਆਤਮਾਵਾਂ ਨੇ ਚਰਨ ਨਹੀਂ ਪਾਏ, ਤਾਂ ਕਰਕੇ ਉਹ ਖਾਲੀ ਹੈ। ਕੋਠੇ ਮਧਰੇ ਸਰੀਰ ਦੇ, ਮੰਡਪ ਮੋਟੇ ਸਰੀਰ ਦੇ, ਮਾੜੀਆਂ ਦੀ ਤਰ੍ਹਾਂ ਲੰਮੇ ਕੱਦਾਂ ਵਾਲੇ, ਔਰ ਜਿਨ੍ਹਾਂ ਨੇ ਬੜੇ ਸੁੰਦਰ ਸ਼ਿੰਗਾਰ ਕਰਨ ਰੂਪ ਚਿੱਤਰਕਾਰੀਆਂ ਕੀਤੀਆਂ ਹੋਈਆਂ ਸਨ। ਜਦੋਂ ਢਹਿ ਗਏ ਉਹ ਸਰੀਰ, ਉਹ ਦੇਹਾਂ ਢਹਿ ਗਈਆਂ ਨਾ, ਕਾਲ ਵਸ ਪੈ ਗਈਆਂ, ਤਾਂ ਉਹ ਖਾਲੀ ਨਿਕਲੀਆਂ ਉਹਨਾਂ ਦੇ ਵਿੱਚੋਂ। ਕਿਉਂਕਿ ਉਹਨਾਂ ਨੇ ਇਸ ਦੇਹ ਰੂਪ ਸਰੀਰ ਰੂਪ ਘਰ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਸੀ, ਭਗਤੀ ਨਹੀਂ ਕੀਤੀ। ਇਸ ਕਰਕੇ ਖਾਲੀ ਹੀ ਗਏ, ਸਖਣੇ ਗਏ ਮਾਤ ਲੋਕ ਤੋਂ। ਬੱਗਾ ਬੱਗੇ ਕੱਪੜੇ, ਬੱਗਾ ਬਗਲੇ ਜਿਹੜੇ ਆ ਉਹਨਾਂ ਨੇ ਬੱਗੇ ਚਿੱਟੇ ਰੰਗ ਦੇ ਕੱਪੜੇ ਪਾਏ ਹੁੰਦੇ ਆ, ਸਫੇਦ ਰੰਗ ਦਾ ਲਿਬਾਸ ਹੁੰਦਾ ਬਗਲਿਆਂ ਦਾ। ਤੀਰਥ ਮੰਜ ਵਸਨ, ਤੀਰਥਾਂ ਦੇ ਉੱਤੇ ਹੀ ਵਸਦੇ ਆ ਬਗਲੇ ਵੀ।
ਇੱਕ ਲੱਤ ਦੇ ਭਾਰ ਅੱਖਾਂ ਮੀਚ ਕੇ ਖੜ ਜਾਂਦੇ ਐ। ਪਰ ਜਦੋਂ ਸਾਧ ਸੰਗਤ ਜੀ ਘੁੱਟ ਘੁੱਟ ਜੀਆ ਖਾਵਣ, ਜਦੋਂ ਮੱਛੀ ਡੰਡੀ ਆਉਂਦੀ ਹੈ ਨਾ, ਪਤਾ ਲੱਗ ਜਾਂਦਾ ਵੀ ਨੇੜੇ ਆ ਗਈ ਕੋਈ ਮੱਛੀ ਡੰਡੀ, ਉਦੋਂ ਹੀ ਇੱਕਦਮ ਝਪਟ ਮਾਰ ਕੇ ਘੁੱਟ ਕੇ ਖਾ ਲੈਂਦੇ ਆ। ਐਸੇ ਜਿਹੜੇ ਪਖੰਡੀ ਆ, ਬਗਲਿਆਂ ਵਰਗੇ ਕੱਪੜੇ ਪਾਏ, ਚਿੱਟੇ ਦੁੱਧ ਰੰਗੇ, ਤੀਰਥਾਂ ਦੇ ਉੱਤੇ ਰਹਿਣ ਵਾਲੇ ਇਹ ਸੱਜਣ ਤੇਰੇ ਵਰਗੇ, ਉਹ ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦੇ ਆ, ਦੁੱਖ ਦੇ ਦੇ ਕੇ ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਬਣਾ ਬਣਾ ਕੇ ਲੋਕਾਂ ਦੀ ਕਮਾਈ ਨੂੰ ਖਾਂਦੇ ਹਨ, ਦੁਖੀ ਕਰ ਕਰਕੇ ਲੋਕਾਂ ਨੂੰ। ਬੱਗੇ ਨਾ ਕਹੀਨ, ਬੱਗੇ ਉਹ ਹੰਸ ਨਹੀਂ ਕਹੀਦੇ ਹਨ। ਬਗਲੇ ਦਾ ਲਿਬਾਸ ਤਾਂ ਹੰਸ ਵਰਗਾ, ਪਰ ਹੰਸ ਵਰਗਾ ਹੈ ਨਹੀਂ, ਉਹਨੂੰ ਹੰਸ ਨਹੀਂ ਕਿਹਾ ਜਾਂਦਾ। ਹੰਸਾ ਹੀਰਾ ਮੋਤੀ ਚੁਗਣਾ ਬਗਡੱਡਾ ਭਾਲਣ ਜਾਵੇ। ਉਹ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਤੱਤ ਵੇਤੇ ਜਿਹੜੇ ਐ ਉਹ ਹੰਸ ਨਹੀਂ ਕਹੀਦੇ ਹਨ, ਉਹ ਤਾਂ ਬਗਲੇ ਪਖੰਡੀ ਹਨ। ਸਿਮਲ ਰੁੱਖ ਸਰੀਰ ਮੈਂ, ਸਿਮਲ ਦਾ ਰੁੱਖ ਜਿਵੇਂ ਹੁੰਦਾ ਬਹੁਤ ਉੱਚਾ ਲੰਮਾ ਦੇਖਣ ਨੂੰ, ਮੈਂ ਜਾਨ ਦੇਖ ਭੁਲਨ। ਜਿਹੜੇ ਮੈਜਨ ਧੌਲਪੁਰ ਦੀ ਬੋਲੀ ਹੈ, ਇਹਨੂੰ ਤੋਤੇ ਨੂੰ ਮੈਜਨ ਕਿਹਾ ਜਾਂਦਾ। ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਵਿੱਚ ਮੈਜਨ ਪਾਠ ਹੈ, ਵੈਸੇ ਦਮਦਮੀ ਟਕਸਾਲ ਵਿੱਚ ਮੁੱਖ ਪਾਠ ਮੈਂ ਜਾਨੀ ਹੈ। ਇਸ ਕਰਕੇ ਜਿਹੜੇ ਤੋਤੇ ਆ ਨਾ, ਉਹ ਭੁੱਲ ਕੇ ਆਉਂਦੇ ਆ, ਲਾਲ ਸੂਹੇ ਫੁੱਲ ਤੇ ਫਲ ਦੇਖ ਕੇ ਖਾਣ ਵਾਸਤੇ ਆਉਂਦੇ ਆ ਕਿ ਬੜੇ ਸੋਹਣੇ ਫੁੱਲ ਲੱਗੇ ਹੋਏ ਆ, ਫਲ ਲੱਗੇ ਹੋਏ ਆ। ਪਰ ਜਦੋਂ ਸਾਧ ਸੰਗਤ ਜੀ ਦੇ ਫਲ ਦੇ ਵਿੱਚ ਆਪਣੀ ਚੁੰਝ ਮਾਰਦੇ ਆ ਨਾ, ਉਹ ਵਿੱਚੇ ਫਸ ਜਾਂਦੀ ਆ, ਚੀੜਾ ਹੁੰਦਾ ਉਹ, ਔਰ ਉਹ ਵਿਚਾਰਾ ਤੋਤਾ ਲਟਕ ਲਟਕ ਕੇ ਉੱਥੇ ਹੀ ਮਰ ਜਾਂਦਾ, ਪ੍ਰਾਣ ਦੇ ਜਾਂਦਾ। ਜਦੋਂ ਤੋੜੀ ਦਾ ਉਹਦੇ ਵਿੱਚੋਂ ਸਵਾਹ ਵਾਂਗੂ ਹੀ ਸਾਧ ਸੰਗਤ ਜੀ ਉਹ ਫੁੱਲ ਜੇ ਆਪਣੇ ਆਪ ਹੀ ਉਹ ਉੱਡ ਜਾਂਦੇ ਆ, ਕੱਖਾਂ ਵਾਂਗੂ ਜੇ। ਉਹਦੇ ਫੁੱਲ ਵੀ, ਉਹਦੇ ਫਲ ਵੀ, ਤੇ ਉਹਦੀ ਲੱਕੜ ਵੀ ਬਹੁਤ ਪੋਲੀ ਹੁੰਦੀ ਆ, ਕਿਸੇ ਕੰਮ ਨਹੀਂ ਆਉਂਦੀ। ਸਿਮਲ ਰੁੱਖ ਸਰੀਰ ਮੈਂ, ਉਹ ਸੁਮਲ ਦਾ ਰੁੱਖ ਸਰੀਰ ਜਿਹੜਾ ਹੈ, ਉਹ ਦੇਖ ਕੇ ਤਾਂ ਮੈਂ ਇਸ ਜੀਵ ਨੇ ਭੁੱਲ ਕੇ ਉਹਨਾਂ ਫਲਾਂ ਨੂੰ ਖਾਣ ਵਾਸਤੇ ਆਇਆ ਤੋਤਾ। ਸੇ ਫਲ ਕੰਮ ਨਾ ਆਵਨੀ, ਉਹ ਫਲ ਕਿਸੇ ਕੰਮ ਨਹੀਂ ਆਉਂਦੇ, ਕਿਸੇ ਦੀ ਭੁੱਖ ਨਹੀਂ ਮੇਟਦੇ। ਤੇ ਗੁਣ ਮੈਂ ਤਨ ਹਨ, ਉਹੀ ਉਹਦੇ ਵਿੱਚ ਗੁਣ ਕੋਈ ਨਹੀਂ ਹੈ, ਨਾ ਉਹਦੇ ਫੁੱਲਾਂ ਵਿੱਚ ਮਹਿਕ ਹੈ, ਨਾ ਉਹਦੇ ਫਲ ਵਿੱਚ ਕੋਈ ਗੁੱਦਾ ਵੀ ਨਹੀਂ ਤੇ ਰਸ ਵੀ ਨਹੀਂ ਹੈ, ਅੰਦਰੋਂ ਖਾਲੀ ਹੈ, ਥੋਥਾ ਹੈ। ਇਸ ਤਰ੍ਹਾਂ ਦੀ ਹਾਲਤ ਉਹਨਾਂ ਪਖੰਡੀਆਂ ਦੀ ਹੈ। ਸਿਮਲ ਵਰਗੇ ਬੜੇ ਲੰਮੇ ਕੱਦ ਜਾਂ ਸਿੱਧੇ ਹੋ ਕੇ ਬੈਠ ਕੇ ਸਮਾਧੀਆਂ ਲਾਉਣੀਆਂ, ਔਰ ਅਗਿਆਨ ਦੀਆਂ ਗੱਲਾਂ ਕਰਨ ਰੂਪ ਸਾਧ ਸੰਗਤ ਜੀ ਫਲ, ਅਗਿਆਨ ਦੀਆਂ ਗੱਲਾਂ ਸੁਣਾ ਸੁਣਾ ਕੇ, ਧਰਮ ਦੀਆਂ ਗੱਲਾਂ ਰੂਪ ਫੁੱਲ। ਪਰ ਭੁੱਲ ਕੇ ਜਗਿਆਸੂ ਆ ਜਾਂਦੇ ਐ ਤੇ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਐ। ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਗਿਆਨ ਵਾਲੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ। ਅੰਦੁਲੇ ਭਾਰ ਉਠਾਇਆ, ਇੱਕ ਧਾਨਾ, ਦੂਜਾ ਸਿਰ ਉੱਤੇ ਭਾਰ ਚੁੱਕ ਲਿਆ ਵੱਡਾ ਸਾਰਾ ਪੰਡ। ਦੂਗਰ ਵਾਟ ਬਹੁਤ, ਜਿਹੜਾ ਅੱਖਾਂ ਤੋਂ ਭਾਈ ਅੰਨਾ ਹੈ, ਜਿਹਨੂੰ ਦਿਖਾਈ ਨਹੀਂ ਦਿੰਦਾ, ਉਹ ਤਾਂ ਪੱਧਰੇ ਥਾਂ ਤੇ ਨਹੀਂ ਸਹੀ ਤੁਰ ਸਕਦਾ। ਪਹਾੜਾਂ ਵਿੱਚ ਜਿਹੜੀ ਔਖੀ ਵਾਟ ਹੈ, ਡੂਗਰ ਪਹਾੜਾਂ ਦੀ ਵਾਟ ਹੈ, ਉਹਦੇ ਵਿੱਚ ਕਿਵੇਂ ਤੁਰੇਗਾ? ਨਹੀਂ ਤੁਰਿਆ ਜਾਂਦਾ। ਅੱਖੀ ਲੋੜੀ ਨਾ ਲਹਾ, ਉਹ ਲੋੜਦਾ ਚਾਹੁੰਦਾ ਵੀ ਮੈਨੂੰ ਦਿਸੇ, ਪਰ ਦਿਖਾਈ ਨਹੀਂ ਦਿੰਦਾ ਹੈ, ਦਿਸਦਾ ਨਹੀਂ ਹੈ। ਕੋ ਨੇਤਰਾਂ ਦੀ ਜੋਤ ਬੰਦ ਹੋ ਗਈ, ਕੰਮ ਨਹੀਂ ਕਰਦੀ। ਹੋ ਚੜ ਲੰਗਾ ਕਿਤ, ਉਹ ਕਿੱਦਾਂ ਚੜ ਕੇ ਉੱਚੀਆਂ ਪਹਾੜੀਆਂ ਦੇ ਪੰਧ ਨੂੰ ਤੈਅ ਕਰ ਲਏ ਹੋਏਗਾ? ਬਾਟ ਨਹੀਂ ਲੰਘ ਸਕਦਾ, ਉਹ ਰਸਤੇ ਦੀ ਬਾਟ ਨੂੰ ਤੈਅ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਵੈਰਾਗ ਵਿਵੇਕ ਰੂਪ ਨੇਤਰ ਨਹੀਂ, ਵਿਚਾਰ ਰੂਪ ਅੰਦਰ ਦ੍ਰਿਸ਼ਟੀ ਨਹੀਂ ਹੈ ਭਾਈ, ਐਸੇ ਜਿਹੜੇ ਲੋਕ ਹੈ, ਉਹ ਫਿਰ ਸੱਚਖੰਡ ਦਾ ਜਾਂ ਸਤਸੰਗਤ ਰੂਪ ਰਸਤਾ ਜਾਂ ਵਾਹਿਗੁਰੂ ਦੀ ਬਾਟ, ਪਰਮੇਸ਼ਰ ਦੀ ਪ੍ਰਾਪਤੀ ਦਾ ਬਾਟ, ਪਰਮਾਰਥ ਦਾ ਰਸਤਾ, ਉਹ ਕਦੇ ਵੀ ਨਹੀਂ ਲੰਘ ਸਕਦੇ, ਉੱਥੇ ਨਹੀਂ ਪਹੁੰਚ ਸਕਦੇ। ਚਾਕਰੀਆਂ ਚੰਗਿਆਈਆਂ, ਚਾਕਰੀਆਂ ਚੰਗਿਆਈਆਂ, ਚੰਗੀਆਂ ਚੰਗੀਆਂ, ਚੰਗੇ ਧਨਾਢ ਲੋਕਾਂ ਦੇ ਜਾਂ ਚੰਗੇ ਮੀਰਾਂ ਦੇ ਜਾਂ ਸਰਕਾਰਾਂ ਦੀਆਂ ਚਾਕਰੀਆਂ ਨੌਕਰੀਆਂ ਕਰਨੀਆਂ। ਅਵਰ ਸਿਆਣਪ ਕਿਤ, ਔਰ ਵੱਡੀਆਂ ਵੱਡੀਆਂ ਸਿਆਣਪਾਂ ਬੁੱਧੀਆਂ
ਵੇਦਾਂ ਸ਼ਾਸਤਰਾਂ ਦਾ ਗ੍ਰਹਿਣ, ਇਹਨਾਂ ਦੀ ਵਿੱਦਿਆ ਪ੍ਰਾਪਤ ਕਰਕੇ ਇਹਨਾਂ ਨੂੰ ਇਕੱਤਰ ਕਰਨਾ ਹੈ ਤਾਂ ਇਹ ਚੰਗਾ ਕਰਮ। ਵਿੱਦਿਆ ਪੜ੍ਹਨੀ, ਸ਼ਾਸਤਰਾਂ ਦਾ ਅਧਿਐਨ ਕਰਨਾ, ਪਰ ਮਹਾਰਾਜ ਕਹਿੰਦੇ ਇਹ ਸਿਆਣਪ ਕਿਸੇ ਕੰਮ ਨਹੀਂ ਆਉਂਦੀ। ਕਦੋਂ? ਚਾਕਰੀਆਂ, ਭਾਵ ਦੇਵੀ ਦੇਵਤਿਆਂ ਦੀ ਚਾਕਰੀ ਕਰਨੀ, ਉਪਾਸਨਾ ਕਰਨੀ, ਚੰਗਿਆਈਆਂ ਪਰਉਪਕਾਰ ਕਰਨਾ, ਆਪਣਾ ਵਿਗਾੜ ਬਰਾਨਾ ਸੰਡ, ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰ ਦੇਣਾ, ਇਹ ਕੋਈ ਲੱਖਾਂ ਚੋਂ ਇੱਕ ਹੁੰਦਾ। ਤੇ ਹੋਰ ਜਿੰਨੀਆਂ ਵੀ ਸਿਆਣਪਾਂ ਹਨ, ਚਾਕਰੀਆ, ਚੰਗਿਆਈਆ, ਅਵਰ ਸਿਆਣਪ ਕਿਤ, ਇਹ ਜਿੰਨੀਆਂ ਵੀ ਸਿਆਣਪਾਂ ਹਨ ਬੁੱਧੀ ਦੀਆਂ, ਇਹ ਕਿਸੇ ਕੰਮ ਨਹੀਂ ਆਉਂਦੀਆਂ ਹਨ। ਕਦੋਂ? ਨਾਨਕ ਨਾਮ ਸੰਭਾਲ ਤੂੰ। ਮਹਾਰਾਜ ਕਹਿੰਦੇ ਜਦੋਂ ਅਖੀਰ ਦਾ ਸਮਾਂ ਆਉਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐ ਬੰਦੇ, ਧੰਨ ਗੁਰੂ ਨਾਨਕ ਸਾਹਿਬ ਸੱਜਣ ਨੂੰ ਵੀ ਕਹਿ ਰਹੇ, ਹੈ ਸੱਜਣ, ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਚੇਤੇ ਕਰ, ਯਾਦ ਕਰ। ਬੰਦਾ ਛੁੱਟਹਿ ਜਿਤ। ਜਿੱਥੇ ਤੂੰ ਬੰਨਿਆ ਹੋਇਆ ਛੁੱਟ ਜਾਵੇਂ। ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਤਾਂ ਬੰਨਿਆ ਛੁੱਟੇਗਾ ਨਹੀਂ। ਜਿਹੜੇ ਤੂੰ ਪਾਪ ਕੀਤੇ ਆ, ਦੁਨੀਆ ਨੂੰ ਮਾਰਿਆ, ਲੁੱਟ ਕੇ ਖਾਦਾ, ਇਹਦਾ ਲੇਖਾ ਦੇਣਾ ਪੈਣਾ ਤੈਨੂੰ। ਤਿਲ ਪੀੜੇ ਕਹਾਣੀ, ਜਿਵੇਂ ਤਿਲਾਂ ਨੂੰ ਕਹਾਣੀ ਵਿੱਚ ਪੀੜ ਦਿੰਦਾ ਕੋਲੂ, ਐ ਪੀੜਦੇ ਆ ਫਿਰ ਜੰਮ ਜਿਹੜੇ ਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਿਆਣਪਾ, ਇਹ ਚੰਗਿਆਈਆਂ, ਇਹ ਚਾਕਰੀਆਂ ਕਿਸੇ ਕੰਮ ਨਹੀਂ ਜੇ ਨਾਮ ਨੂੰ ਚੇਤੇ ਨਹੀਂ ਕਰਦਾ, ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਸਿਫਰ ਦਾ ਕੋਈ ਵਜੂਦ ਨਹੀਂ ਜੇ ਉਹਦੇ ਨਾਲ ਏਕਾ ਨਹੀਂ ਲੱਗਦਾ। ਏਕਾ ਲੱਗ ਜਾਂਦਾ ਤਾਂ ਸਾਰਾ ਉਹਦਾ ਵਜੂਦ ਅੱਗੇ ਤੋਂ ਅੱਗੇ 10 ਗੁਣਾ ਬਣੀ ਜਾਂਦਾ। ਸਾਰੇ ਸਾਧਨ ਠੀਕ ਹੈ, ਪਰ ਜਿੰਨਾ ਚਿਰ ਨਾਮ ਨਹੀਂ ਨਾ ਜਪਦਾ, ਉਨਾ ਚਿਰ ਭਾਈ ਰੱਬ ਦੀ ਦਰਗਾਹ ਚੋਂ ਬੱਝਾ ਨਹੀਂ ਛੁੱਟ ਸਕੇਗਾ। ਇਸ ਕਰਕੇ ਇਹ ਸੱਜਣ, ਤੂੰ ਵਾਹਿਗੁਰੂ ਦਾ ਨਾਮ ਜਪ, ਤਾਂ ਤੇਰਾ ਪਾਰ ਉਤਾਰਾ ਹੋਣਾ। ਨਹੀਂ ਤੇ ਤੂੰ ਜਿਹੜੇ ਪਾਪ ਕੀਤੇ ਇਹਨਾਂ ਦਾ ਲੇਖਾ ਤੈਨੂੰ ਦੇਣਾ ਹੀ ਪਵੇਗਾ। ਇਸ ਕਰਕੇ ਨਾਮ ਨੂੰ ਚੇਤੇ ਕਰੋ, ਵਾਹਿਗੁਰੂ ਦੀ ਭਗਤੀ ਕਰੋ, ਜਿਸ ਕਰਕੇ ਬੰਨਿਆ ਜੀਵ ਵੀ ਪਾਪਾਂ ਵਿੱਚ ਬੱਝਾ ਹੋਇਆ ਵੀ ਛੁੱਟ ਜਾਂਦਾ। ਗਨਕਾ ਛੁੱਟ ਗਈ, ਅਜਾਮਲ ਛੁੱਟ ਗਿਆ। ਇਸ ਕਰਕੇ ਸਾਰੇ ਜੀਵ ਛੁੱਟ ਜਾਂਦੇ ਹਨ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਭਾਈ ਸੱਜਣ ਠੱਗ ਨੂੰ ਬਖਸ਼ ਕੇ, ਅਸਲੀ ਸੱਜਣ ਮਹਾਰਾਜ ਦਾ ਪਿਆਰਾ ਸਤਿਗੁਰੂ ਨੇ ਪਰਮੇਸ਼ਰ ਦਾ ਪਿਆਰਾ ਉਹਨਾਂ ਨੂੰ ਬਣਾਇਆ। ਇਸ ਪਾਵਨ ਸ਼ਬਦ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।